ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਡਾਕਟਰ ਗਗਨਪ੍ਰੀਤ ਸਿੰਘ। ਜਿਵੇਂ ਕਿ ਆਪਾਂ ਤੁਹਾਡੇ ਨਾਲ ਰੂਬਰੂ ਹੁੰਦੇ ਹੈਗੇ ਆ। ਇਸ ਹਫਤੇ ਆਪਾਂ ਜਿਸ ਆਰਟਿਸਟ ਨਾਲ ਰੂਬਰੂ ਹੋਣ ਜਾ ਰਹੇ ਆ, ਉਹ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈਗੇ। ਪੰਜਾਬ ਦੇ ਮਸ਼ਹੂਰ ਥੀਏਟਰ ਆਰਟਿਸਟ, ਉਹਨਾਂ ਦੇ ਵੱਲੋਂ ਡਾਇਰੈਕਟ ਕੀਤੀਆਂ ਹੋਈਆਂ ਕਿੰਨੀਆਂ ਹੀ ਨਾਟਕ ਹਿੰਦੀ ਫਿਲਮਾਂ 'ਚ। ਤੇ ਫਿਲਮਾਂ ਦੀ ਜੇ ਗੱਲ ਕਰਨੀ ਸ਼ੁਰੂ ਕਰੀਏ ਤਾਂ ਜਦੋਂ ਆਪਾਂ ਗੱਲ ਕਰਦੇ ਹੈਗੇ ਆ ਟ੍ਰੇਨ ਟੂ ਪਾਕਿਸਤਾਨ 'ਚ, ਉਹਨਾਂ ਦਾ ਜਿਹੜਾ ਨੈਗੇਟਿਵ ਕਿਰਦਾਰ ਸੀਗਾ, ਉਹਦਾ ਬਹੁਤ ਜ਼ਿਆਦਾ ਤਾਰੀਫ ਹੋਈ ਹੈਗੀ ਹੈ। ਜੰਗਲ ਦੇ ਵਿੱਚ, ਸ਼ਕਤੀ ਦੇ ਵਿੱਚ। ਤੇ ਪਤਾ ਜੇ ਉਹਨਾਂ ਦਾ ਨਾਮ ਲੈਂਦੇ ਰਹੀਏ ਤਾਂ ਸ਼ਾਇਦ ਇੰਟਰੋਡਕਸ਼ਨ ਦੇ ਵਿੱਚ ਹੀ ਸਾਰਾ ਟਾਈਮ ਨਿਕਲ ਜੂਗਾ। ਤਾਂ ਮੈਂ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ ਹੈਗਾ ਜਿਨ੍ਹਾਂ ਬਾਰੇ ਮੈਂ ਗੱਲ ਕਰਨਾ ਚਾਹੁੰਦਾ, ਗੁਰਿੰਦਰ ਮਕਨਾ ਜੀ ਬਾਰੇ। ਸਵਾਗਤ ਹੈ ਸਰ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿੰਨੇ ਵੀ ਦਰਸ਼ਕ ਤੇ ਸਰੋਤੇ ਵੇਖ ਰਹੇ ਸੁਣ ਰਹੇ ਆ, ਸਭ ਨੂੰ ਮੇਰੇ ਨਿਮਾਣੇ ਦੇ ਕਲਾਕਾਰ ਗੁਰਿੰਦਰ ਮਕਨਾ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ, ਜੈ ਹਿੰਦ, ਆਦਾਬ, ਸਲਾਮ, ਗੁੱਡ ਮਾਰਨਿੰਗ। ਤਾਂ ਹੁਣ ਤੱਕ ਜਿਹੜੀ ਇੰਟਰੋਡਕਸ਼ਨ ਦਿੱਤੀ ਹੈਗੀ ਆ ਉਹ ਇੱਕ ਆਰਟਿਸਟ ਦੇ ਤੌਰ ਤੇ ਹੀ ਦਿੱਤੀ ਹੈਗੀ ਹੈ, ਪਰ ਮੈਂ ਜਿਸ ਤਰੀਕੇ ਨਾਲ ਗੁਰਿੰਦਰ ਮਕਨਾ ਜੀ ਨੂੰ ਜਾਣਦਾ ਹੈਗਾ, ਮੈਂ ਜਾਣਦਾ ਹੈਗਾ ਇੱਕ ਐਕਸਲੈਂਟ ਟੀਚਰ ਦੇ ਤੌਰ ਤੇ। ਜਦੋਂ ਮੈਂ ਇਹਨਾਂ ਨੂੰ ਮਿਲਿਆ ਸੀਗਾ, ਇੱਕ ਜਸਟ ਮੈਨੂੰ ਪਤਾ ਸੀਗਾ ਅੰਮ੍ਰਿਤਸਰ ਦੇ ਵਿੱਚ ਇੱਕ ਮਸ਼ਹੂਰ ਨਾਮ ਹੈਗਾ ਗੁਰਿੰਦਰ ਮਕਨਾ ਜੀ ਦਾ। ਜਦੋਂ ਇਹਨਾਂ ਦੇ ਆਫਿਸ 'ਚ ਜਾਈਦਾ ਹੈਗਾ, ਬਹੁਤ ਵੱਡਾ ਆਫਿਸ ਹੈਗਾ, ਤੇ ਜਦੋਂ ਐਂਟਰ ਕਰੀਦਾ ਹੈਗਾ ਤਾਂ ਜਿਸ ਹਲੀਮੀ ਨਾਲ ਹੀ ਮਿਲਦੇ ਹੈਗੇ ਆ, ਤੁਸੀਂ ਇਹਨਾਂ ਦੀ ਇੰਟਰੋਡਕਸ਼ਨ ਵੀ ਦੇਖੀ ਹੈਗੀ ਹੈ, ਉਹ ਹਲੀਮੀ ਦਿਲ ਨੂੰ ਟੁੰਬ ਲੈਂਦੀ ਹੈਗੀ ਹੈ ਤੇ ਬੰਦਾ ਇਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਹੈਗਾ। ਤੇ ਮੈਂ ਇੱਛਾ ਜ਼ਾਹਿਰ ਕੀਤੀ ਕਿ ਮੈਂ ਵੀ ਤੁਹਾਡੇ ਤੋਂ ਸਿੱਖਣਾ ਚਾਹੁੰਦਾ ਹਾਂ। ਤੇ ਇਹਨਾਂ ਨੇ ਅਗਲੇ ਦਿਨ ਹੀ ਮੈਨੂੰ ਆਖਿਆ ਅੱਜ ਆਪਾਂ ਨਾਟਕ ਕਰਦੇ ਹੈਗੇ ਆ। ਤੇ ਮੈਨੂੰ ਅੱਜ ਵੀ ਯਾਦ ਹੈ, ਇਹਨਾਂ ਦੀ ਥਾਪੀ ਕਰਕੇ ਅਗਲੇ ਦਿਨ ਹੀ ਅਸੀਂ ਅਲਫਾ ਵਨ ਮੋਲ ਦੇ ਵਿੱਚ ਭਗਤ ਸਿੰਘ ਨਾਟਕ ਖੇਡਿਆ ਸੀਗਾ, ਜਿਹੜਾ ਕਿ ਇਹਨਾਂ ਨਾਟਕ ਹਮੇਸ਼ਾ ਹੀ ਹਿੱਟ ਜਾਂਦੇ ਹੈਗੇ, ਪਰ ਮੈਂ ਉਨੀਆਂ ਤਾੜੀਆਂ, ਉਨੀਆਂ ਦਰਸ਼ਕ ਦੇਖ ਕੇ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ। ਸਰ ਤੁਹਾਡੇ ਤੋਂ ਇਸ ਬਾਰੇ ਥੋੜਾ ਕਰਨਾ ਚਾਹਾਂਗੇ। ਸ਼ੁਕਰੀਆ ਜੀ। ਵੇਖੋ ਜੀ, ਸਾਡੀ ਗੁਰਬਾਣੀ 'ਚ ਵੀ ਲਿਖਿਆ, ਮਨ ਨੀਵਾਂ ਤੇ ਮੱਤ ਉੱਚੀ, ਤੇ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਤੇ ਵੱਡਾ ਹੋ ਕੇ ਮਾਣ ਨਾ ਕਰੀ। ਸੋ ਇਹ ਆਕੜ ਜਿਹੜਾ ਧੌਣ 'ਚ ਸਰੀਆ, ਉਹ ਫਾਇਦਾ ਵੀ ਕੀ ਦਿੰਦਾ ਹੈ, ਤੇ ਨੀਵਾਂ ਰਹਿ ਕੇ ਸਭ ਕੁਝ ਮਿਲਦਾ ਹੈ। ਤੇ ਇਸ ਕਰਕੇ ਨੀਵਾਂ ਹੀ ਰਹਿਣਾ ਚਾਹੀਦਾ ਆਦਮੀ ਨੂੰ। ਉਹ ਇੱਜ਼ਤ ਦੇਣ ਵਾਲਾ, ਰੁਤਬੇ ਦੇਣ ਵਾਲਾ ਤੇ ਉਹ ਸੱਚਾ ਪਰਵਰਦਿਗਾਰ ਹੈ, ਉਹ ਮਾਲਿਕ ਹੈ। ਉਹਦੀ ਬਖਸ਼ਿਸ਼ ਹੋਵੇ ਤੇ ਬੰਦਾ ਸਭ ਕੁਛ ਹੈ, ਨਹੀਂ ਤੇ ਬੰਦਾ ਕੁਛ ਵੀ ਨਹੀਂ ਹੈ। ਸੋ ਮਿੱਠੇ ਬੋਲ, ਹਲੀਮੀ ਬੋਲ, ਇਹ ਮੈਨੂੰ ਜੋ ਮੇਰੇ ਉਸਤਾਦਾਂ ਤੋਂ ਮਿਲਿਆ ਵਾ, ਮੈਂ ਅੱਗੇ ਵੰਡ ਦੇਣਾ। ਤੇ ਇਸ ਦੇ ਨਾਲ ਹੀ ਮੈਂ ਹੋਰ ਵੀ ਤੁਹਾਨੂੰ ਜਿਵੇਂ ਜਾਣਦਾ ਹੈਗਾ, ਤੁਹਾਨੂੰ ਗਾਉਣ ਦਾ ਸ਼ੌਂਕ ਹੈਗਾ, ਸ਼ਾਇਰੀ ਦਾ ਸ਼ੌਂਕ ਹੈਗਾ ਸਰ। ਉਹ ਆਪਣੇ ਤੱਕ ਹੈ ਜੀ। ਮੈਂ ਆਪਣੇ ਆਪ ਲਈ ਜਦੋਂ ਉਮੜਦੀ ਹੈ ਸ਼ਾਇਰੀ ਕਰ ਲਈਦੀ ਹੈ, ਮੌਕੇ ਹਾਲਾਤ ਦੇ ਮੁਤਾਬਕ ਜਿਹੋ ਜਿਹਾ ਰੌਂ ਹੁੰਦਾ, ਜ਼ਿੰਦਗੀ ਦਾ ਵੇਗ ਜਿਹੋ ਜਿਹਾ ਚੱਲ ਰਿਹਾ ਹੁੰਦਾ, ਉਹੋ ਜਿਹਾ ਸ਼ੇਰ ਮਨ ਚ ਉੱਪਰ ਜਾਂਦਾ ਤੇ ਉਸੇ ਤਰ੍ਹਾਂ ਹੀ ਕਰ ਲਈਦਾ। ਤੇ ਗਾਇਕੀ ਵੀ ਜਿਹੜੀ ਉਹ ਆਪਣੇ ਲਈ, ਜਿਹਨੂੰ ਦੇਸੀ ਭਾਸ਼ਾ 'ਚ ਆਪਣੀ ਬਾਥਰੂਮ ਸਿੰਗਰ ਕਹਿ ਲਈਦਾ, ਉਹ ਕਰ ਲਈਦੀ, ਆਪਣੇ ਜੋਗੀ ਗਾ ਲਈਦਾ, ਆਪਣੇ ਮਨ ਨੂੰ ਖੁਸ਼ ਰੱਖਣ ਲਈ। ਤੇ ਕੋਸ਼ਿਸ਼ ਤਾਂ ਕਰਾਂਗੇ ਹੁਣ ਹੌਲੀ ਹੌਲੀ ਇਹਨੂੰ ਪ੍ਰੋਫੈਸ਼ਨਲ ਬਣਾਉਣ ਦੀ। ਫਿਰ ਜਦੋਂ ਪ੍ਰੋਫੈਸ਼ਨਲ ਦੌਰ ਦੇ ਵਿੱਚ ਕੁੱਦੇ ਤੇ ਫਿਰ ਆਵਾਂਗੇ ਤਰੀਕੇ ਨਾਲ ਹੀ। ਵਾਹ ਜੀ ਵਾਹ, ਵਾਹ ਜੀ ਵਾਹ। ਉਹੀ ਗੱਲ ਹੈ, ਤੁਹਾਡੇ 'ਚ ਜਦੋਂ ਪਰਫੈਕਸ਼ਨ ਦੀ ਗੱਲ ਹੁੰਦੀ ਹੈ ਤਾਂ ਗੁਰਿੰਦਰ ਮਕਨਾ ਇੱਕ ਲੈਂਡਮਾਰਕ ਬਣ ਚੁੱਕੇ ਹੈ। ਕਾਰਨ ਇਹ ਹੈ ਕਿ ਜਦੋਂ ਇਹ ਸ਼ਰੀਫ ਬੰਦੇ ਦਾ ਰੋਲ ਕਰਦੇ ਹੈ ਤਾਂ ਜਿਵੇਂ ਭਗਤ ਸਿੰਘ ਦਾ ਰੋਲ ਕੀਤਾ ਹੈਗਾ, ਇਹਨਾਂ 'ਚ ਇੱਕ ਰੈਵੋਲੂਸ਼ਨਰੀ ਦਿਖਦਾ ਹੈਗਾ। ਜੋ ਪੁਲਿਸ ਦਾ ਰੋਲ ਕਰਦੇ ਹੈਗੇ ਹੈ ਤਾਂ ਇਹਨਾਂ 'ਚੋਂ ਇੱਕ ਦੇਸ਼ ਭਗਤ ਪੁਲਿਸ ਵਾਲਾ ਦਿਖਦਾ ਹੈਗਾ। ਜੋ ਸ਼ਰੀਫ ਬੰਦੇ ਦਾ ਰੋਲ ਲੱਗਦਾ ਹੈਗਾ ਤਾਂ ਇਹਨਾਂ ਦਾ ਭੋਲਾ ਬੰਦਾ ਕੋਈ ਨਹੀਂ ਹੁੰਦਾ। ਤੇ ਜਦੋਂ ਬਦਮਾਸ਼ ਬੰਦਾ ਰੋਲ ਕਰਦੇ ਹੈ ਤਾਂ ਬੰਦਾ ਅੰਦਰੋਂ ਤੱਕ ਕੰਬਦਾ ਹੈਗਾ, ਤੇ ਬੰਦਾ ਉਸ ਰੋਲ ਨੂੰ ਇੱਕ ਤਰ੍ਹਾਂ ਦਾ, ਜਿਵੇਂ ਕਹਿੰਦੇ ਨਾ ਕਿ ਅੰਦਰੋਂ ਇੱਕ ਉਹ ਫੀਲਿੰਗ ਹੁੰਦੀ ਹੈ ਵੀ ਇਹ ਬੰਦਾ ਸਾਹਮਣੇ ਆ ਜਾਏ, ਉਸ ਤਰ੍ਹਾਂ ਦਾ ਰੋਲ ਨਿਭਾਉਂਦੇ ਹੈਗੇ ਆ। ਤਾਂ ਉਹ ਪਰਫੈਕਸ਼ਨ ਦੀ ਗੱਲ ਮੈਂ ਤੁਹਾਡੇ ਸੁਣਨਾ ਚਾਹਾਂਗਾ ਸਰ। ਇਹਦਾ ਇੱਕ ਕਾਰਨ ਹੁੰਦਾ ਹੈ ਕਿ ਕਿਸੇ ਵੀ ਫੀਲਡ ਦੇ ਵਿੱਚ, ਜੇ ਤੁਸੀਂ ਕੋਈ ਵੀ ਫੀਲਡ ਲੈ ਲਓ, ਚਾਹੇ ਡਾਕਟਰੀ ਫੀਲਡ ਹੈ ਤੁਹਾਡੇ ਵਾਲਾ, ਉਹ ਜਿਹੜੀ ਪਹਿਲਾਂ ਬੇਸਿਕ ਪੜ੍ਹਾਈ ਹੁੰਦੀ ਉਹ ਤਾਂ ਪੜ੍ਹਨੀ ਹੁੰਦੀ ਹੈ, ਪਰ ਅਸਲੀ ਜਿਹੜੀ ਤੁਹਾਡੀ ਟੀਚਰ ਹੁੰਦੀ ਉਹ ਠੋਕਰਾਂ ਤੇ ਜ਼ਿੰਦਗੀ ਹੁੰਦੀ ਹੈ, ਤਜਰਬਾ ਹੁੰਦਾ।
ਜਦੋਂ ਤੁਸੀਂ ਵਾਕਿਆ ਹੀ ਆਪਰੇਸ਼ਨ ਕਰਦੇ ਹੋ ਤਾਂ ਪਹਿਲਾ ਆਪਰੇਸ਼ਨ ਵੇਲੇ ਹੱਥ ਕੰਬਦੇ ਨੇ। ਕੋਈ ਵੀ ਲੈ ਲਈਏ, ਜਦੋਂ ਆਪਾਂ ਨਵੀਂ ਗੱਡੀ ਸਿੱਖੀ ਦੀ ਆ ਤੇ ਥੱਲੇ ਵੇਖ ਕੇ ਕਲੱਚ ਨੱਪੀਦਾ, ਗੇਅਰ ਪਾਈਦਾ, ਥੱਲੇ ਵੇਖ ਕੇ ਬ੍ਰੇਕ ਮਾਰੀਦੀ ਆ, ਤੇ ਹੌਲੀ ਹੌਲੀ ਜਦੋਂ ਥੋੜਾ ਡਰ ਲੱਗਦਾ ਤੇ ਫਿਰ ਪਤਾ ਹੀ ਨਹੀਂ ਲੱਗਦਾ ਜਦੋਂ ਸੜਕ ਤੇ ਕਿਵੇਂ ਗੱਡੀ ਚੱਲ ਰਹੀ ਆ, ਆਪਣੇ ਆਪ ਨੂੰ ਭੁੱਲ ਜਾਂਦਾ ਵੀ ਅਸੀਂ ਗੱਡੀ ਚਲਾ ਰਹੇ, ਉਹ ਆਟੋਮੈਟਿਕ ਹੋ ਜਾਂਦੀ, ਕਿਉਂਕਿ ਫਿਰ ਅੰਦਰਲੇ ਜਿਹੜੇ ਦਿਮਾਗ ਦੇ ਰਿਸੈਪਟਰਸ ਆ ਉਹ ਚਲਾਉਂਦੇ ਆ। ਸੋ ਇਹ ਗਰਾਊਂਡ ਜਿਹੜੀ ਹੈ ਨਾ, ਉਹ ਮੈਂ ਸ਼ੁਰੂ ਤੋਂ ਥੀਏਟਰ ਨਾਲ ਜੁੜਿਆ, ਅੰਮ੍ਰਿਤਸਰ 'ਚ ਥੀਏਟਰ ਕੀਤਾ 89 ਤੋਂ ਅਸੀਂ ਥੀਏਟਰ ਨਾਲ ਜੁੜਿਆ ਹੋਇਆ ਮੈਂ, ਔਰ ਕੁਝ ਨਾ ਕੁਝ ਤੇ ਪੱਲੇ ਪਿਆ ਹੀ ਹੈ ਸ਼ਾਇਦ, ਜਿਹਦੇ ਕਰਕੇ ਫਿਰ ਉਹ ਸਮਝ ਆ ਜਾਂਦੀ ਆ ਕਿ ਉਸਤਾਦਾਂ ਨਾਲ ਮਿਲੀਦਾ, ਉਹ ਕਹਿੰਦੇ ਆਬਜ਼ਰਵੇਸ਼ਨ, ਸੜਕ ਤੇ ਚੱਲੋ ਤੇ ਅੱਖਾਂ ਖੋਲ ਕੇ ਚੱਲੋ ਕਿ ਆਲੇ ਦੁਆਲੇ ਕੌਣ ਕੀ ਕਰ ਰਿਹਾ, ਮੰਗਤਾ ਕਿਵੇਂ ਮੰਗ ਰਿਹਾ, ਭਿਖਾਰੀ ਕਿਵੇਂ ਸੁੱਤਾ ਵਾ, ਕਾਰ ਨਾਲ ਦੀ ਕਾਰ ਵਾਲਾ ਡਰਾਈਵਰ ਦਾ ਐਟੀਟਿਊਡ ਕੀ ਆ, ਸਾਈਕਲ ਤੇ ਕੋਈ ਕਿਵੇਂ ਜਾ ਰਿਹਾ, ਕੁੱਤੇ ਕਿਵੇਂ ਬੈਠੇ ਆ, ਉਹ ਸਾਰੀ ਆਬਜ਼ਰਵੇਸ਼ਨ ਹੁੰਦੀ ਹੈ ਕਿ ਕੱਲ ਨੂੰ ਕਿਹਦਾ ਰੋਲ ਕਿਵੇਂ ਕਰਨਾ ਪੈਂਦਾ। ਜਿੱਥੇ ਜਾਓ ਉੱਥੋਂ ਦਾ ਆਲਾ ਦੁਆਲਾ এনवायरमेंट ਜ਼ਰੂਰ ਵੇਖਦੇ ਜਾਓ ਤੇ ਵੇਖਦੇ ਰਹੋ, ਤੇ ਉਹ ਤੁਹਾਡੇ ਪੱਲੇ ਪੈਂਦਾ ਵਾ ਕਲਾਕਾਰੀ ਦਾ। ਫਿਰ ਆਲੇ ਦੁਆਲੇ ਦੀ ਦੁਨੀਆ, ਜਿਵੇਂ ਅੱਜ ਕੱਲ ਤੇ WhatsApp ਆ ਗਿਆ, YouTube ਹੋ ਗਈ, ਇਹਦੇ ਤੋਂ ਤੁਸੀਂ ਸਾਰਾ ਕੁਝ ਵੇਖ ਪੜ੍ਹ ਸਕਦੇ ਹੋ, ਅਖਬਾਰਾਂ ਤੋਂ ਤੁਸੀਂ ਵੇਖ ਪੜ੍ਹ, ਕਿਤਾਬਾਂ ਤੋਂ ਵੇਖ ਪੜ੍ਹ ਸਕਦੇ ਹੋ, ਉਹਨਾਂ ਹੀ ਗਿਆਨ 'ਚ ਵਾਧਾ ਰਹਿੰਦਾ ਕਿ ਆਲੇ ਦੁਆਲੇ ਕੀ ਹੋ ਰਿਹਾ। ਕੋਵਿਡ ਦਾ ਇਸ ਵੇਲੇ ਤੀਜਾ ਦੌਰ ਆ ਗਿਆ, ਫਰਾਂਸ 'ਚ ਚੌਥਾ ਦੌਰ ਆ ਗਿਆ, ਤੇ ਉਹਦੇ ਕੀ ਹਾਲਾਤ ਹੈ, ਤੇ ਤੁਹਾਨੂੰ ਕਿਹੜੇ ਵੇਲੇ ਕਿਹੜਾ ਰੋਲ ਕਰਨਾ ਪੈ ਸਕਦਾ, ਇਸ ਕਰਕੇ ਕਿਹਦੀ ਕੀ ਗਤੀਵਿਧੀ ਹੈ। ਸੋ ਇਹ ਜਿਹੜਾ ਐਕਟਿੰਗ ਹੈ, ਇਹ ਨਲਾਇਕਾਂ ਦਾ ਕੰਮ ਨਹੀਂ ਹੈ, ਇਹ ਬਹੁਤ ਪੜ੍ਹੇ ਲਿਖੇ ਤੇ ਸਿਆਣਪਾਂ ਵਾਲਿਆਂ ਨੂੰ ਕੰਮ ਕਰਨਾ ਪੈਂਦਾ। ਇਹ ਰੱਬ ਦੀ ਅਦੁੱਤੀ ਮਿਹਰ ਤੇ ਦੇਣ ਹੁੰਦੀ ਆ ਕਿਸੇ, ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਕਿਸੇ ਕਿਸੇ ਤੇ ਬਖਸ਼ਿਸ਼ ਹੁੰਦੀ ਆ ਜਿਹਦੇ ਤੇ ਹੁੰਦੀ, ਕਿਉਂਕਿ ਹਰ ਕੋਈ ਐਕਟਿੰਗ ਵੀ ਨਹੀਂ ਕਰ ਸਕਦਾ, ਭਾਵੇਂ ਕਿੱਡਾ ਵੱਡਾ ਕੋਈ ਬੁਲਾਰਾ ਹੋਵੇ, ਕਿੱਡਾ ਵੱਡਾ ਕੋਈ ਕਮੇਡੀਅਨ ਹੋਵੇ, ਪਰ ਐਕਟਿੰਗ ਕਰਨਾ ਹੋਰ ਚੀਜ਼ ਹੈ। ਇਹ ਉਹਦੀ ਮਿਹਰ, ਬੰਦੇ ਦੀ ਕਿਸਮਤ, ਬੰਦੇ ਦੀ ਮਿਹਨਤ, ਬੰਦੇ ਦੀ ਲਗਨ ਤੋਂ ਇਲਾਵਾ ਕੁਝ ਨਹੀਂ ਆ। ਤੇ ਬਾਕੀ ਸਭ ਤੋਂ ਵੱਡੀ ਜਿਹੜੀ ਮਿਹਰ ਹੁੰਦੀ ਆ, ਕਰਾਉਣ ਵਾਲਾ ਹੁੰਦਾ ਡਾਇਰੈਕਟਰ। ਜਿਵੇਂ ਜ਼ਿੰਦਗੀ ਨੂੰ ਚਲਾਉਣ ਵਾਲਾ ਡਾਇਰੈਕਟਰ ਉੱਤੇ ਰੱਬ ਹੈ, ਇਸੇ ਤਰ੍ਹਾਂ ਹੀ ਨਾਟਕ, ਫਿਲਮਾਂ ਜਾਂ ਕਿਸੇ ਵੀ ਚੀਜ਼ ਨੂੰ, ਜਿਹੜੀ ਕਲਾਤਮਕ ਚੀਜ਼ ਆ, ਉਹਨੂੰ ਕਰਾਉਣ ਵਾਲਾ ਉਸਤਾਦ ਹੁੰਦਾ ਜਾਂ ਮੌਕੇ ਦਾ ਡਾਇਰੈਕਟਰ ਹੁੰਦਾ। ਫਿਲਮ 'ਚ ਜਿਹੜਾ ਰੋਲ ਹੁੰਦਾ, ਉਹ ਡਾਇਰੈਕਟਰ ਨੇ ਕਨਸੀਵ ਕੀਤਾ ਹੁੰਦਾ, ਉਹਨੇ ਕਿਹਾ, ਉਹ ਜੇ ਅਸੀਂ ਆਪਣੇ ਕੋਲੋਂ ਵੀ ਕਰਦੇ ਹਾਂ ਤੇ ਉਹ ਕਹਿ ਦਿੰਦਾ ਨਹੀਂ, ਇਹਨੂੰ ਇਸ ਤਰ੍ਹਾਂ ਕਰੋ, ਤਾਂ ਐਂ ਕਰੋ। ਤੇ ਮੇਰੀ ਇਹ ਆਦਤ ਵੀ ਹੈ ਕਿ ਮੈਂ ਅਮਿਤਾਭ ਜੀ ਤੋਂ ਉਹਨਾਂ ਦੇ ਬਿਆਨਾਂ 'ਚੋਂ ਕਿਤੇ ਸੁਣਿਆ ਸੀ ਕਿ ਉਹ ਇੰਨੀਆਂ ਫਿਲਮਾਂ ਕਰਨ ਤੋਂ ਬਾਅਦ ਵੀ ਜਦੋਂ ਵੀ ਕਿਤੇ ਅੱਜ ਕੱਲ੍ਹ ਯੰਗ ਡਾਇਰੈਕਟਰਸ ਉਹਨਾਂ ਨੂੰ ਕਰਦੇ ਆ ਸ਼ੂਟ, ਤੇ ਉਹ ਕਹਿੰਦੇ ਵੀ ਮੈਂ ਜਦੋਂ ਭਾਵੇਂ ਕੋਈ ਵੀ ਹੋਵੇ ਉਹਦੇ ਜਾ ਕੇ ਅੱਗੇ ਸਮਰਪਣ ਕਰ ਦਿੰਦਾ ਕਿ ਮੈਨੂੰ ਕੁਛ ਨਹੀਂ ਆਉਂਦਾ, ਤੂੰ ਹੀ ਕਰਾਉਣ ਵਾਲਾ, ਤੂੰ ਹੀ ਕਰਨਾ, ਤੇ ਮੈਨੂੰ ਦੱਸ ਦੇ। ਤੇ ਉਹੀ ਕੋਸ਼ਿਸ਼ ਕਰ ਰਹੇ ਆ ਅਪਣਾਉਣ ਦੀ, ਤੇ ਇਸੇ ਤਰ੍ਹਾਂ ਹੀ ਅੱਗੇ ਕਰੀਦਾ ਕਿ ਜੋ ਡਾਇਰੈਕਟਰ ਕਹਿੰਦਾ, ਕਿਉਂਕਿ ਇਹ ਆਪਣੀਆਂ ਉਲਝਣਾਂ, ਈਗੋਜ਼ ਨੇ ਆਪਣੇ ਅੰਦਰ। ਮੰਨ ਲਓ ਮੈਨੂੰ ਉਹਨਾਂ ਨੇ ਇੱਕ ਲਾਈਨ ਦਿੱਤੀ ਕਿ ਤੂੰ ਇਸ ਤਰ੍ਹਾਂ ਬੋਲਣੀ ਹੈ ਕਿ ਮੈਂ ਚਾਹ ਨਹੀਂ ਪੀਊਂਗਾ, ਹੁਣ ਡਾਇਰੈਕਟਰ ਨੇ ਕੰਸੀਵ ਕੀਤੀ ਹੈ ਪਿਆਰ ਨਾਲ, ਤੇ ਉਹ ਕਹੇਗਾ ਨਹੀਂ ਮੈਂ ਚਾਹ ਨਹੀਂ ਪੀਂਦਾ, ਤੇ ਮੈਂ ਕਰਾਂ ਨਹੀਂ ਮੈਂ ਚਾਹ ਨਹੀਂ ਪੀਂਦਾ। ਉਹ ਜਿਹੜੀ ਅੰਦਰਲੀ ਜੇਦ ਤੇ ਉਹ ਚੀਜ਼ ਲੈ ਕੇ ਬਹਿ ਜਾਂਦੀ ਹੈ। ਜੋ ਡਾਇਰੈਕਟਰ ਕਹਿੰਦਾ ਉਹ ਸੁਣਨਾ ਚਾਹੀਦਾ। ਸਭ ਤੋਂ ਵੱਡੀ ਸੁਣਨ ਦੀ ਪ੍ਰਕਿਰਿਆ ਅਸੀਂ ਲੋਕ ਜੋ ਗਵਾ ਚੁੱਕੇ ਆ, ਸੁਣਨਾ, ਕਿਸੇ ਨੂੰ ਸੁਣਨਾ। ਅਸੀਂ ਜਵਾਬ ਦੇਣ ਲਈ ਸੁਣਦੇ ਹਾਂ, ਅਸੀਂ ਸਮਝਣ ਲਈ ਨਹੀਂ ਸੁਣਦੇ। ਸੋ ਇਹ ਚੀਜ਼ ਜ਼ਰੂਰੀ ਹੈ ਕਿ ਕਿਸੇ ਨੂੰ ਸੁਣਨਾ ਬਹੁਤ ਜ਼ਰੂਰੀ ਹੈ। ਜੋ ਕੋਈ ਕਹਿੰਦਾ ਪਹਿਲਾਂ ਉਹਨੂੰ ਸੁਣ ਲਓ, ਫਿਰ ਜਵਾਬ ਦੇ। ਸਹੀ ਹੈ। ਸੋ ਇਹ ਹੈਗਾ, ਜਿਵੇਂ ਆਪਾਂ ਗੁਰਬਾਣੀ 'ਚ ਵੀ ਦੇਖਦੇ ਹੈਗੇ, ਪੂਰਾ ਇੱਕ ਜਪਜੀ ਸਾਹਿਬ ਦਾ ਆਪਣੀ ਇੱਕ ਪੌੜੀ ਹੈਗੀ ਸੁਣਿਆ ਉੱਤੇ, ਤੇ ਤਾਂ ਤੁਹਾਡੇ ਇਹ ਸੁਣਨ ਵਾਲੀ ਗੱਲ ਵੀ ਤੁਹਾਡੇ ਤੋਂ ਹੀ ਮੈਂ ਸਿੱਖੀ ਹੈਗੀ ਹੈ ਸਰ। ਤਾਂ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਵੀ ਹੈਗੀ ਹੈ ਕਿ ਮੈਂ ਆਪਦੇ ਟੀਚਰ ਦੀ ਇੰਟਰਵਿਊ ਲੈ ਰਿਹਾ ਹੈਗਾ, ਜਿਹਦੇ ਕਰਕੇ ਮੈਂ ਐਕਟਿੰਗ ਦਾ ਜੋ ਵੀ ਸਿੱਖ ਪਾਇਆ ਉਹ ਇਹਨਾਂ ਤੋਂ ਸਿੱਖ ਪਾਇਆ। ਮੈਨੂੰ ਯਾਦ ਹੈ ਕਿ ਜਦੋਂ ਇਹਨਾਂ ਨੇ ਮੈਨੂੰ ਅੰਗਰੇਜ਼ ਦਾ ਰੋਲ ਦਿੱਤਾ ਤੇ ਮੈਂ ਡਰੈਸ ਪਾ ਲਈ, ਸਾਰਾ ਕੁਛ ਕਰ ਲਿਆ, ਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਤੇ ਇਹਨਾਂ ਨੇ ਮੈਨੂੰ ਜਸਟ ਇੱਕ ਗੱਲ ਆਖੀ, ਅੰਗਰੇਜ਼ ਬਣ ਕੇ ਨਹੀਂ, ਅੰਗਰੇਜ਼ ਹੀ ਬੋਲ ਰਿਹਾ ਹੈ। ਤਾਂ ਇਹਨਾਂ ਦੇ ਬੋਲਣ 'ਚ ਉਹ ਸ਼ਿੱਦਤ ਸੀਗੀ, ਕੁਛ ਅੰਦਰੋਂ ਟਰਾਂਸਫਾਰਮ ਹੋਇਆ। ਤੇ ਮੈਂ ਲੱਕੀ ਮੰਨਦਾ ਗੋਵਿੰਦਾ ਮਖਨਾ ਜੀ ਦਾ ਚੇਲਾ ਹੈਗਾ, ਤੇ ਇਹਨਾਂ ਦੇ ਚੇਲਿਆਂ ਨੂੰ ਵੀ ਲੱਕੀ ਮੰਨਦਾ ਹੈਗਾ ਕਿ ਇੱਕ ਸ਼ਬਦ ਨੇ ਉਹ ਮੇਰੇ ਅੰਦਰ ਟਰਾਂਸਫੋਰਮੇਸ਼ਨ ਲਿਆਤੀ। ਤਾਂ ਹੋਰ ਵੀ ਤੁਹਾਡੇ ਇਹ ਐਕਸਪੀਰੀਅੰਸ ਤੁਹਾਡੇ ਤੋਂ ਸੁਣਨਾ ਚਾਹਾਂਗਾ ਮੈਂ ਇਹੋ ਜਿਹੇ। ਪਹਿਲੀ ਤਾਂ ਗੱਲ ਟੀਚਰ ਵਾਲੀ ਕੋਈ ਗੱਲ ਨਹੀਂ ਹੈ, ਉਹ ਦੋਸਤ ਹੀ ਹਾਂ ਅਸੀਂ ਸਾਰੇ ਇੱਕ ਦੂਜੇ ਦੇ। ਟੀਚਰ ਵੈਸੇ ਵੀ ਹੁਣ ਯੁੱਗ ਜਿਹੜਾ ਵਾ ਉਹ ਦੋਸਤਾਨਾ ਹੀ ਹੈ। ਟੀਚਰਾਂ ਦਾ, ਉਸਤਾਦਾਂ ਦਾ ਸਮਾਂ ਗਿਆ, ਨਾ ਹੀ ਕੋਈ ਸਿੱਖਣ ਦੀ ਸਮਰੱਥਾ ਰੱਖਦਾ, ਨਾ ਕੋਈ ਸਿਖਾਉਣ ਦਾ ਕਿਸੇ ਕੋਲ ਟਾਈਮ।
ਦੋਸਤਾਨਾ ਇੱਕ ਦੂਜੇ ਨਾਲ ਜਿੰਨਾ ਵੀ ਹੈ, ਇਹ ਸਿੱਖਣਾ ਤੇ ਸਿਖਾਉਣਾ ਜਿਹੜਾ ਨਾ, ਸਿੱਖਣਾ ਜਿਹੜਾ ਵਾ ਉਹ ਜ਼ਿਆਦਾਤਰ ਆਪਣੇ ਤੇ ਨਿਰਭਰ ਕਰਦਾ ਵਾ। ਕਲਾਸ 'ਚ 50 ਬੱਚੇ ਹੁੰਦੇ, ਇੱਕ ਫਸਟ ਆਉਂਦਾ, ਉਹ ਆਪਣੀ ਮਿਹਨਤ ਲਗਨ ਤੇ ਉਹ ਟੀਚਰ ਨੂੰ ਕਿੰਨਾ ਸੁਣ ਰਿਹਾ ਵਾ ਉਹ ਆਉਂਦਾ ਵਾ। ਬਾਕੀ ਵੀ ਬੱਚੇ ਉੱਥੇ ਬੈਠੇ ਹੁੰਦੇ ਆ, ਬਾਕੀ 49 ਵੀ, ਪਰ ਉਹ ਹਰ ਇੱਕ ਫਸਟ ਨਹੀਂ ਆਉਂਦਾ। ਪਰ ਇਹ ਨਹੀਂ ਗੱਲ ਹੁੰਦੀ। ਸੋ ਇਹ ਸਿੱਖਣ ਦੀ ਲਗਨ ਆਪਣੇ ਅੰਦਰ ਹੁੰਦੀ ਹੈ, ਆਪਣੇ ਪਾਉਣ ਦੀ ਕਿਸੇ ਵੀ ਚੀਜ਼ ਨੂੰ ਆਪਣੇ ਅੰਦਰ ਇਸ਼ਟ ਹੁੰਦਾ। ਇਹ ਉਹ ਆਪਣੀ ਸਮਰੱਥਾ ਤੇ ਆਪਣੀ ਕਾਬਲੀਅਤ ਤੇ ਆਪਣੇ ਹੁਨਰ ਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਲੈਣਾ। ਤੁਸੀਂ ਉਕਲੇ ਕੰਠ ਦਾ ਜਿਹੜਾ ਗਾਣਾ ਵੀ ਸਮਝੋ ਕਿ ਪਾਣੀ ਨਹੀਂ ਤੇ ਮੋਤੀ, ਅਥਰੂਆਂ ਦੀ ਗੱਲ ਕਰਦਾ, ਤੇ ਉਹ ਕਿਸੇ ਲਈ ਮੋਤੀ ਹੁੰਦੀ, ਕਿਸੇ ਲਈ ਪਾਣੀ ਹੁੰਦਾ ਵਾ। ਇਸੇ ਤਰ੍ਹਾਂ ਹੀ ਆ ਕਿ ਹੰਸ ਆਪਣੇ ਮੋਤੀ ਚੁਗ ਲੈਂਦਾ, ਕਿਸੇ ਲਈ ਉਹ ਪੱਥਰ ਹੁੰਦੇ ਨੇ। ਸੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਸਿੱਖਣਾ ਤੇ ਕੀ ਪਾਉਣਾ, ਤੇ ਇਹ ਆਪਣੀ ਲਗਨ ਤੇ ਹੀ ਨਿਰਭਰ ਹੁੰਦਾ ਵਾ। ਉਸਤਾਦ ਨੇ ਤਾਂ ਗੋਰ ਹੀ ਦੇਣਾ ਹੁੰਦਾ। ਉਸਤਾਦ ਕੋਲ ਕੀ ਹੁੰਦਾ, ਕੋਈ ਮੈਂ ਨਹੀਂ ਕਹਿੰਦਾ, ਮੇਰੇ ਵੀ ਉਸਤਾਦਾਂ ਨੇ ਦਿੱਤਾ। ਉਸਤਾਦ ਕੋਲ ਆਪਣਾ ਤਜਰਬਾ ਹੁੰਦਾ, ਜੋ ਮੈਂ ਸਿੱਖਿਆ ਉਹ ਗਾਂ ਸਿਖਾਊਂਗਾ। ਮੈਂ ਕੋਈ ਅਲੋਕਾਰ ਨਹੀਂ ਸਿੱਖਿਆ, ਹਾਂ ਆਪਣੀ ਮੈਂ ਇਕੱਲੇ ਤੌਰ ਤੇ ਕੀ ਐਕਸਪੈਰੀਮੈਂਟਸ ਕੀਤੇ ਕਿ ਕੀ ਕਰਨਾ ਚਾਹੀਦਾ ਐਕਟਿੰਗ ਦੇ ਵਿੱਚ, ਹੋਰ ਕਿਵੇਂ ਇਹਨੂੰ ਵਧੀਆ ਹੋ ਸਕਦਾ, ਉਹ ਆਪਣੀ ਅੰਤਰੀਵ ਭਾਵਨਾਵਾਂ ਉਹ ਤੁਸੀਂ ਉਦੋਂ ਖੁੱਲਦੇ ਹੋ ਜਦੋਂ ਤੁਸੀਂ ਆਪ ਆਜ਼ਾਦ ਹੁੰਦੇ ਹੋ। ਇੱਕ ਬੜੀ ਵਧੀਆ ਗੱਲ ਹੈ ਜਿਹੜੀ ਇੱਥੇ ਦੱਸਣੀ ਯੋਗ ਹੈ ਸਿੱਖਣ ਤੇ ਸਮਰੱਥਾ ਤੇ। ਮਹਾਤਮਾ ਬੁੱਧ ਜੀ ਦੇ ਮਗਰ ਇੱਕ ਕੋਈ ਚੇਲਾ ਪੈ ਗਿਆ ਕਿ ਮੈਂ ਸਿੱਖਣਾ, ਤੇ ਉਹ ਕਿਸੇ ਨੇ ਦੱਸਿਆ ਵੀ ਇਸ ਤਰ੍ਹਾਂ ਦੀਕਸ਼ਾ ਪ੍ਰਾਪਤ ਹੋ ਜਾਂਦੀ ਹੈ, ਗਿਆਨ ਪ੍ਰਾਪਤ ਹੋ ਜਾਂਦਾ, ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਉਹ 1 ਸਾਲ 2 ਸਾਲ 3 ਸਾਲ 4 ਸਾਲ ਮਗਰ ਲੱਗਾ ਰਿਹਾ, ਅਖੀਰ ਤੇ ਅੱਕ ਗਿਆ। ਕਹਿੰਦਾ, ਉਹਨੇ ਰੋਕ ਲਿਆ ਮਹਾਤਮਾ ਬੁੱਧ ਜੀ ਨੂੰ ਕਿ ਮੈਂ ਤੁਹਾਡੇ ਮਗਰ 5 ਸਾਲ ਦਾ ਲੱਗਾ ਹੋਇਆ ਵਾ, 5 ਸਾਲ ਮਗਰ ਜਿੱਥੇ ਜਿੱਥੇ ਕਹਿੰਦੇ ਹੋ, ਤੇ ਮੈਨੂੰ ਗਿਆਨ ਨਹੀਂ ਪ੍ਰਾਪਤ ਹੋਇਆ, ਤੇ ਤੁਸੀਂ ਕਿਸ ਤਰ੍ਹਾਂ? ਕਹਿੰਦਾ, ਕਮਲਿਆ, ਜੇ ਗਿਆਨ ਲੈਣਾ ਤੇ ਆਪਣਾ ਰਸਤਾ ਆਪ ਲੱਭ, ਮਗਰ ਲੱਗਿਆ ਰਸਤੇ ਨਹੀਂ ਲੱਭਦੇ। ਸੋ ਇੱਕ ਹੱਦ ਹੁੰਦੀ, ਜਿਸ ਤਰ੍ਹਾਂ ਸਕੂਲ ਦੀ ਵੀ ਇੱਕ ਹੱਦ ਹੁੰਦੀ ਹੈ, 10ਵੀਂ ਜਾਂ +2 ਤੱਕ ਆਪਾਂ ਕਰੀਦਾ, ਉਸ ਤੋਂ ਬਾਅਦ ਅੱਗੇ ਕੀ ਕਰਨਾ ਵਾ, ਕਾਲਜ ਜਾਈਦਾ। ਕਾਲਜ ਤੋਂ ਬਾਅਦ ਕਿਹੜੀ ਨੌਕਰੀ, ਕਿਹੜੇ ਪਾਸੇ ਜਾਣਾ ਵਾ, ਉਹ ਅੱਗੇ ਮਾਰਗ ਲੱਭੀ ਦੇ, ਆਪ ਲੱਭੀ ਦੇ। ਸੋ ਇਹ ਵੀ ਆਪ ਹੀ ਲੱਭਣੇ ਹੁੰਦੇ ਆ ਮਾਰਗ, ਤੇ ਗੁਰੂ ਨੇ ਤੇ ਆ ਦਿੱਤਾ, ਤੇ ਤੋਂ ਅੱਗੇ ਮੈਂ ਕਿਵੇਂ ਇਹਨੂੰ ਵਿਸਥਾਰ ਕਰਨਾ ਇਹਦਾ। ਸੋ ਇਹ ਆਪਣੇ ਅੰਦਰ ਦੀ ਅੰਤਰ ਆਤਮਾ ਦੀ ਗੱਲ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਉਹ। ਬਿਲਕੁਲ ਬਿਲਕੁਲ ਸਰ। ਪਰ ਜਦੋਂ ਤੁਹਾਨੂੰ ਦੇਖੀਦਾ ਹੈਗਾ ਤਾਂ ਮੇਰੇ ਅੰਦਰ ਤਾਂ ਇੱਕ ਉਤਸ਼ਾਹ ਜਾਗਦਾ ਹੀ ਹੈਗਾ। ਪਿਛਲੀ ਵਾਰ ਬਿਲਕੁਲ ਆਪਣੇ ਇਸ ਲਾਈਨ ਤੋਂ ਕੱਟ ਕੇ ਮੈਂ ਆਪਣੀ ਡਾਕਟਰੀ ਲਾਈਨ ਵੱਲ ਆ ਗਿਆ ਸੀਗਾ। ਪਿਛਲੀ ਵਾਰ ਤੁਹਾਡੇ ਨਾਲ ਗੱਲਬਾਤ ਹੋਈ ਤਾਂ ਉਹ ਜਨੂਨ ਜਾਗਿਆ, ਤਾਂ ਉਸ ਜਨੂਨ ਦੇ ਚੱਲਦੇ ਆਪਣਾ ਇਹ ਚੈਨਲ ਵੀ ਸ਼ੁਰੂ ਹੋਇਆ ਸਰ, ਜਿਹੜਾ ਕਿ ਦਿਨ ਬ ਦਿਨ ਬੁਲੰਦੀਆਂ ਛੋਹ ਰਿਹਾ ਹੈਗਾ। ਮੈਂ ਇਹਦੇ ਪਿੱਛੇ ਜੋ ਵੀ ਦੇਣਾ ਚਾਹਾਂਗਾ, ਇਸਦਾ ਇਹਦੇ ਪਿੱਛੇ ਕਿਉਂ ਹੋਇਆ ਉਹਨੂੰ ਸਾਰਾ ਸਾਨੂੰ ਸਮਰਪਿਤ ਕਰਨਾ ਚਾਹੂੰਗਾ, ਕਿਉਂਕਿ ਗੁਰੂ ਹੀ ਹੁੰਦਾ ਜਿਹੜਾ ਸਾਨੂੰ ਅੱਗੇ ਤੋਰ ਦਿੰਦਾ ਹੈਗਾ। ਹਾਂ, ਹੁਣ ਇਸ ਤਰੀਕੇ ਦਾ ਮੇਰਾ ਵੀ ਇਸ ਥੀਏਟਰ ਵੱਲ ਹੱਥ ਪੈ ਰਿਹਾ ਹੈਗਾ। ਇਹਦੇ ਕਰਕੇ ਲੋਕ ਥੀਏਟਰ ਦੇ ਲੋਕਾਂ ਨਾਲ, ਸਿਨੇਮੇ ਦੇ ਲੋਕਾਂ ਨਾਲ ਹੋਰ ਜਾਣ ਪਛਾਣ ਹੋ ਰਹੀ ਹੈ। ਪਰ ਜਿੱਥੋਂ ਸ਼ੁਰੂਆਤ ਹੁੰਦੀ ਹੈ ਨਾ, ਉਹਦਾ ਬੰਦਾ ਨਹੀਂ ਹਮੇਸ਼ਾ ਰਹਿੰਦਾ ਹੈਗਾ, ਤੇ ਰਹਿਣਾ ਚਾਹੀਦਾ ਵੀ ਹੈਗਾ, ਮੈਨੂੰ ਇਹ ਲੱਗਦਾ ਹੈਗਾ। ਤੇ ਸਰ ਤੁਹਾਡੀ ਸ਼ੁਰੂਆਤ ਕਿਵੇਂ ਹੋਈ, ਮੈਂ ਇਹ ਜਾਣਨਾ ਚਾਹਾਂਗਾ। ਮੇਰੀ ਸ਼ੁਰੂਆਤ, ਮੈਂ ਸੈਨਿਕ ਸਕੂਲ ਕਪੂਰਥਲੇ ਪੜ੍ਹਦਾ ਹੁੰਦਾ ਸੀ, ਤੇ ਉੱਥੇ ਮੈਨੂੰ ਚੇਤਾ ਤਾਂ ਨਹੀਂ, ਉੱਥੇ ਮੈਨੂੰ ਮੇਰੇ ਦੋਸਤ ਦੱਸਦੇ ਕਿ ਉੱਥੇ ਨਾਟਕਾਂ 'ਚ ਹਿੱਸਾ ਲਈਦਾ ਸਕੂਲ ਦੇ। ਜਦੋਂ ਸਾਲਾਨਾ ਇਵੈਂਟਸ ਹੁੰਦੀਆਂ ਸੀ, ਕਲਚਰਲ ਪ੍ਰੋਗਰਾਮ ਹੁੰਦਾ ਸੀ, ਤੇ ਉਹਦੇ ਵਿੱਚ ਮੈਂ ਨਾਟਕ ਕਰਦਾ ਨਾ। ਮੈਨੂੰ ਬਚਪਨ ਥੋੜਾ ਘੱਟ ਯਾਦ ਹੈ, ਤੇ ਉਹਦੇ 'ਚ ਮੇਰੀ ਉੱਥੋਂ ਸ਼ੁਰੂਆਤ ਹੋਈ ਸੀ, ਕੋਈ 83 ਦੇ ਲਾਗੇ ਛਾਗੇ, 8ਵੀਂ 9ਵੀਂ ਕਲਾਸ ਦੇ ਵਿੱਚ। ਫਿਰ ਮੈਂ ਆ ਗਿਆ, ਉਹ ਮੇਰੇ ਚੇਤਿਆਂ 'ਚ ਨਹੀਂ। ਬਾਅਦ 'ਚ ਹੁਣ ਜਦੋਂ ਦੋਸਤ ਦੱਸਦੇ, ਉਦੋਂ ਫੋਟੋਆਂ ਵੀ ਵਿਖਾਈਆਂ, ਤਾਂ ਮੈਨੂੰ ਪਤਾ ਲੱਗਾ। ਫਿਰ ਬਕਾਇਦਾ ਤੌਰ ਤੇ 89 ਦੇ ਵਿੱਚ ਮੇਰੀ +2 ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਨਾ ਇੱਕ ਧਰਤੀ ਦੀ ਰੂਹ ਪੰਜਾਬ ਸੌਂਗ ਐਂਡ ਡਰਾਮਾ ਡਿਵੀਜ਼ਨ ਦਾ ਨਾਟਕ ਆਇਆ ਸੀ, ਜਿਹਦੇ ਵਿੱਚ ਗੁਰਪ੍ਰੀਤ ਘੁੱਗੀ, ਹੋਰ ਅੰਮ੍ਰਿਤਸਰ ਦੇ ਸਾਰੇ ਜਿੰਨੇ ਵੀ ਅੱਜ ਕੱਲ੍ਹ ਫਿਲਮਾਂ 'ਚ ਛਾਏ ਹੋਏ ਨੇ ਉਹ ਕਲਾਕਾਰ, ਕੇਵਲ ਧਾਲੀਵਾਲ ਜੀ ਵੀ ਉੱਤੇ, ਹਰਦੀਪ ਗਿੱਲ, ਅਨੀਤਾ ਜੀ, ਜਸ ਜੀ, ਤੇ ਜਗਦੀਸ਼ ਸਚਦੇਵਾ ਜੀ, ਨਰਿੰਦਰ ਸਾਂਗੀ, ਬੜੇ ਪੁਰਾਣੇ ਕਲਾਕਾਰ ਜਿਹੜੇ ਅੰਮ੍ਰਿਤਸਰ ਦੇ ਵੱਡੇ ਤਨੰਤਰ ਸੀ, ਉਹ ਸਾਰੇ ਉਹਦੇ 'ਚ ਸਨ। ਤੇ ਮੈਂ ਬਲੂੰਗੜਾ ਜਿਹਾ ਸਾਂ, ਤੇ ਸਾਨੂੰ ਉਦੋਂ 50 ਰੁਪਏ ਐਜ਼ ਏ ਕੈਜੂਅਲ ਆਰਟਿਸਟ ਪ੍ਰੋਫੈਸ਼ਨਲੀ ਮਿਲਦਾ ਹੈ। ਉੱਥੋਂ ਫਿਰ ਮੇਰੇ ਦੋਸਤ ਜਸ ਜੀ ਨੇ, ਉਹ ਕਹਿੰਦੇ ਯਾਰ ਤੂੰ ਵਧੀਆ ਕੰਮ ਕਰ ਸਕਦਾ ਵਾ, ਤੇ ਤੂੰ ਪ੍ਰੋਫੈਸ਼ਨਲੀ ਕੇਵਲ ਭਾਜੀ ਨਾਲ ਜੁੜ ਗਿਆ। ਫਿਰ ਮੈਂ ਕੇਵਲ ਧਾਲੀਵਾਲ ਜੀ ਨਾਲ
1990-99 ਤੋਂ ਜੁੜ ਗਿਆ ਪ੍ਰੋਫੈਸ਼ਨਲੀ ਤੇ ਉਹਨਾਂ ਦੇ ਗਰੁੱਪ 'ਚ ਫਿਰ ਕੰਮ ਕੀਤਾ। ਫਿਰ 97-98 ਤੱਕ ਮੈਂ ਉਹਨਾਂ ਨਾਲ ਲੱਗਾ ਰਿਹਾ। ਫਿਰ ਮੈਂ ਵਿੱਚੇ ਪੇਂਟਿੰਗ ਕਰਦਾ ਸਾਂ ਆਰਟ ਗੈਲਰੀ 84 ਤੋਂ ਲੈ ਕੇ ਤੇ 96 ਤੱਕ ਆਰਟ ਗੈਲਰੀ ਹੌਬੀ ਕਲਾਸ 'ਚ ਪੇਂਟਿੰਗ ਕੀਤੀ। ਉਹਦਾ ਫਿਰ 96 97 98 'ਚ ਟੀਚਰ ਵੀ ਰਿਹਾ। ਖਾਲਸਾ ਕਾਲਜ ਫਾਰ ਵੂਮਨ 'ਚ ਵੀ ਆਨਰੇਰੀ ਲੈਕਚਰਰ ਰਿਹਾ ਮੈਂ ਪੇਂਟਿੰਗ ਦਾ। ਫਿਰ ਚੱਲ ਸੋ ਚੱਲ ਬੰਬੇ ਚਲੇ ਗਏ, ਬੰਬੇ ਜਾ ਕੇ ਫਿਲਮਾਂ ਕੀਤੀਆਂ। ਸੋ ਇਹ ਲੰਮਾ ਸਫ਼ਰ ਸੀ। ਪੇਂਟਿੰਗ ਦੀ ਗੱਲ ਕਰੀਏ ਤਾਂ ਐਕਸਲੈਂਟ ਪੇਂਟਰ ਹੈ ਸਰ। ਇਹਨਾਂ ਦੀਆਂ ਪੇਂਟਿੰਗ ਸਮੇਂ ਦੇ ਮੁਤਾਬਕ ਹੁੰਦੀਆਂ ਨੇ। ਤੇ ਸਰ ਕੁਝ ਪੇਂਟਿੰਗ ਦੇ ਇਸ ਵੇਲੇ ਤੁਸੀਂ ਦਿਖਾ ਸਕਦੇ ਹੋ ਦਰਸ਼ਕਾਂ ਨੂੰ, ਜੇ ਪੋਸੀਬਲ ਹੈਗਾ ਤਾਂ? ਮੈਂ ਹੁਣ ਇੱਕ ਪੋਰਟਰੇਟ ਬਣਾ ਰਿਹਾ ਵਾਂ, ਸ਼ਾਇਦ ਤੇ ਉਹ ਪੋਰਟਰੇਟ ਮੈਂ ਹੁਣੇ ਵਿਖਾਉਣਾ ਵਾਂ ਤੁਹਾਨੂੰ। ਤੇ ਮੈਂ ਵਾਟਰ ਕਲਰ 'ਚ ਜ਼ਿਆਦਾ ਐਕਸਪਰਟਾਈਜ਼ ਹੋਣਾ ਚਾਹੁੰਦਾ ਹਾਂ। ਵਾਟਰ ਕਲਰ ਬੜੇ ਸੂਖਮ, ਸਸਤੇ ਤੇ ਉਹਨਾਂ ਦਾ ਜੇ ਬਣ ਜੇ ਤਾਂ ਲੁੱਕ ਬੜੀ ਵਧੀਆ ਹੁੰਦੀ ਹੈ ਔਰ ਸਮਾਂ ਘੱਟ ਮੰਗਦੇ ਆ। ਕਿਉਂਕਿ ਆਇਲ ਕਲਰ ਤੋਂ ਸ਼ੁਰੂਆਤ ਕੀਤੀ ਸੀ, ਆਇਲ ਪੇਂਟਿੰਗ ਤੋਂ। ਆਇਲ ਪੇਂਟਿੰਗ ਸੁੱਕਣ 'ਚ ਬੜਾ ਟਾਈਮ ਲੈਂਦੀ ਹੈ ਔਰ ਉਹਦਾ ਤਾਮਝਾਮ ਬਹੁਤ ਹੈ। ਕਲਰ ਟਿਊਬਸ ਬੜੀਆਂ ਮਹਿੰਗੀਆਂ ਨੇ ਤੇ ਉਹ ਇਹਦੇ 'ਚ ਨਾਲੇ ਜੋ ਮਰਜ਼ੀ ਖਰਾਬ ਵੀ ਹੋ ਜਾਏ ਤਾਂ ਇੰਨਾ ਡਰ ਨਹੀਂ ਹੁੰਦਾ। ਤੇ ਇਸ ਕਰਕੇ ਮੈਂ ਵਾਟਰ ਕਲਰ ਦਾ ਅੱਜ ਕੱਲ੍ਹ ਕਰ ਰਿਹਾ। ਪੋਰਟਰੇਟ 'ਚ ਮਹਾਰਤ ਰੱਖਣਾ ਚਾਹੁੰਦਾ ਤੇ ਹੁਣ ਤੁਹਾਨੂੰ ਮੈਂ ਵਿਖਾਵਾਂਗਾ। ਤੇ ਇਹ ਮੇਰਾ ਇੱਕ ਪੋਰਟਰੇਟ ਹੈ ਜਿਹੜਾ ਮੈਂ ਕਰ ਰਿਹਾ ਹਾਂ, ਸ਼ਾਇਦ ਤੁਹਾਨੂੰ ਨਜ਼ਰ ਆਏਗਾ, ਵਾਟਰ ਕਲਰ 'ਚ। ਵਾਹ। ਇਹ ਸਾਡੇ ਅੰਮ੍ਰਿਤਸਰ ਦੇ ਪੁਲਿਸ ਅਫੀਸ਼ੀਅਲ ਨੇ ਤੇ ਮਤਲਬ SSP ਵਿਜੀਲੈਂਸ ਨੇ, ਪਰਮਪਾਲ ਸਿੰਘ, ਉਹਨਾਂ ਦਾ ਹੈ ਔਰ ਇਹਨਾਂ ਨੂੰ ਫਿਨਿਸ਼ ਕਰ ਰਹੇ ਜਲਦੀ। ਔਰ ਮੈਂ ਪਿੱਛੇ ਜੇ ਲੋਕਡਾਊਨ ਦੀ ਪੇਂਟਿੰਗਸ ਵੀ ਕੀਤੀ ਸੀ। ਲੋਕਡਾਊਨ ਦੇ ਵਿੱਚ ਸਫਾਈ ਕਰਮਚਾਰੀ, ਦੁੱਧ ਦੇਣ ਵਾਲਾ, ਬਿਜਲੀ ਵਾਲਾ, ਡਾਕਟਰ, ਕੋਈ ਨਰਸ, ਜਿਨ੍ਹਾਂ ਨੇ ਵੀ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਹੋਰ ਜਿਹੜੇ ਵੀ ਮਹਿਕਮਿਆਂ ਨੇ ਜਿਨ੍ਹਾਂ ਨੇ ਯੋਗਦਾਨ ਦਿੱਤਾ ਸੀ, ਉਹਦੇ ਇੱਕ ਬੰਦੇ ਨੂੰ ਲੈ ਕੇ ਮੈਂ ਉਹਨਾਂ ਦੀ 25 ਬੰਦਿਆਂ ਦੀ ਲੋਕਡਾਊਨ ਐਗਜ਼ੀਬਿਸ਼ਨ ਕੀਤੀ ਸੀ ਜਦੋਂ ਖੁੱਲਿਆ ਸੀ। ਤੇ ਉਹ ਬੜੀ ਸਰਾਹੀ ਗਈ ਲੋਕਾਂ ਤੱਕ। ਉਹਦਾ ਉਦਘਾਟਨ ਉਹਦਾ ਮਾਨਯੋਗ DC ਸਾਹਿਬ ਗੁਰਪ੍ਰੀਤ ਸਿੰਘ ਖਹਿਰਾ ਜੀ, ਮਾਨਸਾ ਪੁਲਿਸ ਕਮਿਸ਼ਨਰ ਸਾਹਿਬ, ਪੁਲਿਸ ਕਮਿਸ਼ਨਰ ਸਾਹਿਬ ਸਰਦਾਰ ਡਾਕਟਰ ਸੁਖਚੈਨ ਸਿੰਘ ਗਿੱਲ ਜੀ ਵੀ ਸਨ। ਉਹਨਾਂ ਦੋਵਾਂ ਦੇ ਹੁੰਦਿਆਂ ਮੈਂ ਸਫਾਈ ਕਰਮਚਾਰੀ ਤੋਂ ਉਹਨਾਂ ਦੇ ਹੱਥੀਂ, ਉਹਨਾਂ ਦੇ ਸਹਿਯੋਗ ਨਾਲ, ਉਹਨਾਂ ਦੀ ਇਜਾਜ਼ਤ ਨਾਲ ਮੈਂ ਉਹ ਉਦਘਾਟਨ ਕਰਾਇਆ ਕਿ ਇੱਕ ਬੰਦੇ ਨੂੰ ਮਾਣ ਅਸਲ 'ਚ ਮਿਲਣਾ ਚਾਹੀਦਾ। ਉਹ ਵਾਕਿਆ ਬੜੀ ਤਨਦੇਹੀ ਦੇ ਨਾਲ ਉਹਨਾਂ ਨੇ ਸਫਾਈ ਕਰਦੇ ਤੇ ਉਹ ਲੋਕਡਾਊਨ ਐਗਜ਼ੀਬਿਸ਼ਨਸ ਕੀਤੀਆਂ। ਹੁਣ ਮੈਂ ਪੇਂਟਿੰਗਸ ਵੀ ਸ਼ੁਰੂ ਕਰ ਰਿਹਾ ਵਾਟਰ ਕਲਰ 'ਚ ਤੇ ਪੋਰਟਰੇਟ ਤੋਂ ਇਲਾਵਾ ਵੀ। ਤੇ ਮੇਰੀਆਂ ਕਾਫੀ ਸਾਰੀਆਂ ਪੇਂਟਿੰਗਸ ਜਿਹੜੀਆਂ ਵਾ ਹੁਣ ਤੇ ਮੌਕੇ ਤੇ ਹੈ ਨਹੀਂ ਵਿਖਾ ਸਕਦਾ। ਉਹ ਨੈਸ਼ਨਲ ਇੰਟਰਨੈਸ਼ਨਲ ਥਾਵਾਂ ਤੇ ਵੀ ਗਈਆਂ। ਕਈ ਸਿੱਖ ਮਿਊਜ਼ੀਅਮ ਵੀ ਮੈਂ ਬਿਕੋਜ਼ ਜਦੋਂ ਸਿੱਖਦਾ ਕੱਥੂ ਨੰਗਲ ਮਿਊਜ਼ੀਅਮ 'ਚ ਮੇਰੀਆਂ ਪੇਂਟਿੰਗਸ ਲੱਗੀਆਂ ਹੋਈਆਂ ਵਾ। ਮੈਂ ਮੂਨ ਕੈਂਟ ਤੇ ਪਠਾਨਕੋਟ 'ਚ ਵੀ ਮੇਰੀਆਂ ਪੇਂਟਿੰਗਸ ਗਈਆਂ ਹੋਈਆਂ। ਆਸਟ੍ਰੇਲੀਆ, ਕੈਨੇਡਾ ਵੀ ਗਈਆਂ ਹੋਈਆਂ ਐਜ਼ ਏ ਆਰਡਰ। ਸੋ ਪੇਂਟਿੰਗਸ ਵੀ ਕਾਫੀ ਕੰਮ ਕੀਤਾ। ਬਾਕੀ ਪਿਛਲੀ ਗੱਲ 'ਚ ਜਿਹੜੀ ਟੇਕ ਅਵੇ ਸੀਗਾ ਉਹ ਮੇਰੇ ਲਈ ਇਹ ਸੀਗਾ ਕਿ ਜੋ ਮੈਂ ਐਕਸਪਰਟਾਈਜ਼ੇਸ਼ਨ ਕਰਨਾ ਚਾਹੁੰਦਾ ਹੈਗਾ ਤਾਂ ਮਾਸਟਰ ਇਸ ਲੈਵਲ ਦਾ ਪੇਂਟਰ ਹੋ ਕੇ ਬੰਦਾ ਇਹ ਗੱਲ ਕਹਿ ਰਿਹਾ ਹੈਗਾ ਕਿ ਮੈਂ ਐਕਸਪਰਟਾਈਜ਼ੇਸ਼ਨ ਕਰਨਾ ਚਾਹੁੰਦਾ ਤਾਂ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਹੈਗਾ ਕਿ ਆਪਾਂ ਸਮਝ ਲੈਂਦੇ ਛੋਟਾ ਜਿਹਾ ਆਰਟ ਆਪਣੇ ਹੱਥ ਲੱਗ ਜਾਂਦਾ ਤੇ ਆਪਾਂ ਕਹਿ ਦਿੰਦੇ ਕਿ ਆਪਾਂ ਐਕਸਪਰਟ ਹੋ ਗਏ ਹਾਂ। ਤੇ ਗੁਰਿੰਦਰ ਮਕਨਾ ਜੀ ਇਸ ਲੈਵਲ ਦੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹਨਾਂ ਨੇ ਪੇਂਟਿੰਗਸ ਕੀਤੀਆਂ ਸੀਗੀਆਂ ਲੋਕਡਾਊਨ ਦੇ ਵਿੱਚ, ਪੇਂਟਿੰਗਸ ਕੀਤੀਆਂ ਸੀਗੀਆਂ ਆਪਣੇ ਕਿਸਾਨ ਅੰਦੋਲਨ ਵੇਲੇ, ਉਹ ਨੈਸ਼ਨਲ ਲੈਵਲ ਤੱਕ ਸਰਾਹੀਆਂ ਗਈਆਂ ਤੇ ਉਹਨਾਂ ਦੀਆਂ ਸ਼ੇਅਰਿੰਗ ਤੁਸੀਂ ਦੇਖ ਸਕਦੇ ਹੋ ਕਿਸ ਲੈਵਲ ਤੱਕ ਉਹਦੀ ਸ਼ੇਅਰਿੰਗ ਹੋਈ ਹੈਗੀ ਹੈ। ਤੇ ਉਹ ਇਨਸਾਨ ਇਹ ਗੱਲ ਕਹਿ ਰਿਹਾ ਹੈਗਾ ਕਿ ਮੈਂ ਐਕਸਪਰਟੇਸ਼ਨ ਕਰਨਾ ਚਾਹੁੰਦਾ ਹੈਗਾ ਹਨਾ। ਤਾਂ ਸਿੱਖਦੇ ਰਹਿਣਾ ਬਾਕੀ ਵੱਡੀ ਗੱਲ। ਇਸ ਤੋਂ ਇਲਾਵਾ ਮੇਰੀ ਇੱਕ ਫੋਟੋ ਐਗਜ਼ੀਬਿਸ਼ਨ ਵੀ ਸੀ ਜਿਹੜੀ ਮੈਂ ਦਿੱਲੀ ਜਾ ਕੇ ਉੱਥੇ ਸਿੰਘੂ ਬਾਰਡਰ ਤੇ ਫੋਟੋਗ੍ਰਾਫੀ ਕੀਤੀ ਸੀ ਮੈਂ ਬੱਚਿਆਂ ਨੇ। ਉਹਦੀ ਐਗਜ਼ੀਬਿਸ਼ਨ ਵੀ ਅੰਮ੍ਰਿਤਸਰ ਲਾਈ ਸੀ ਜਿਹਦਾ ਉਦਘਾਟਨ ਡਾਕਟਰ ਵਰਿੰਦਰਪਾਲ ਜੀ, ਜਿਨ੍ਹਾਂ ਨੇ ਆਪਣਾ ਅਵਾਰਡ ਵੀ ਉਹਨਾਂ ਦੇ ਹੱਕ 'ਚ, ਕਿਸਾਨਾਂ ਦੇ ਹੱਕ 'ਚ ਵਾਪਸ ਕਰ ਦਿੱਤਾ ਸੀ, ਉਹਨਾਂ ਨੇ ਉਦਘਾਟਨ ਕੀਤਾ ਸੀ ਲੁਧਿਆਣੇ ਆ ਕੇ। ਫਿਰ ਉਹ ਲੁਧਿਆਣੇ ਵੀ ਉਹਨਾਂ ਦੀ PIU 'ਚ ਲਾ ਕੇ ਆਏ ਸੀ ਐਗਜ਼ੀਬਿਸ਼ਨ। ਔਰ ਉਹ ਵੀ ਕਾਫੀ ਵੱਡੇ ਲੈਵਲ ਤੱਕ ਸਰਾਈ ਗਈ ਉਹਨਾਂ ਦੀ। ਜਿਹੜੀ ਮੇਰਾ ਉਹਦਾ ਮਕਸਦ ਸੀ ਵੀ ਇੱਕ ਕਹਾਵਤ ਹੀ ਸੁਣੀ, ਜਿਹੜਾ ਲਾਹੌਰ ਨਹੀਂ ਗਿਆ ਜੰਮਿਆ ਨਹੀਂ। ਮੈਂ ਵੀ ਕਿਹਾ ਕਿ ਜਿਹੜਾ ਦਿੱਲੀ ਨਹੀਂ ਗਿਆ ਕਿਸਾਨ, ਸਿੰਘੂ ਬਾਰਡਰ ਤੇ ਨਹੀਂ ਗਿਆ, ਉਹ ਘੱਟੋ ਘੱਟ ਅੰਮ੍ਰਿਤਸਰ ਬੈਠੇ, ਘਰ ਬੈਠੇ ਹੀ ਉਹਦੇ ਦਰਸ਼ਨ ਕਰ ਲਵੇ। ਜੋ ਉੱਥੇ ਮਾਹੌਲ, ਜੋ ਮੁਹੱਬਤ, ਜੋ ਗੁਰੂਆਂ ਦੀ ਦਿੱਤੀ ਜਿਹੜੀ ਦੇਣ ਸੀ, ਸੰਗਤ ਪੰਗਤ,
ਉਹਦਾ ਮਾਹੌਲ ਸੀ, ਉਹ ਵਾਕਿਆ ਹੀ ਜ਼ਿੰਦਗੀ 'ਚ ਇੱਕ ਵਾਰੀ ਵੇਖਣਾ ਜ਼ਰੂਰੀ ਸੀ। ਮੇਰੇ ਖਿਆਲ ਨਾਲ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਫੋਟੋ ਐਗਜ਼ੀਬਿਸ਼ਨ ਰਾਹੀਂ ਜ਼ਰੂਰ ਵੇਖ ਸਕਦੇ ਆ। ਕਿੰਨੀ ਤੇ ਮੁਹੱਬਤ ਤੇ ਮਿਲਵਰਤਨ ਸੀ ਉਹ। ਬਹੁਤ ਅੱਛਾ। ਬਿਲਕੁਲ। ਤੇ ਤੁਹਾਡੀਆਂ ਪੇਂਟਿੰਗਸ, ਤੁਹਾਡੀਆਂ ਜਿਹੜੀ ਐਗਜ਼ੀਬਿਸ਼ਨ ਨੇ ਉਹ ਬਾਖੂਬੀ ਉਹ ਰੋਲ ਨਿਭਾਇਆ ਹੈਗਾ। ਤੇ ਗੱਲ ਨੂੰ ਪੂਰਾ ਕਹਿ ਜਾਣਾ, ਇਹ ਮੈਂ ਮਖਾਈ ਦੇ ਨਾਟਕਾਂ 'ਚ ਦੇਖਿਆ ਹੈਗਾ। ਬਹੁਤ ਸੰਖੇਪ ਸਮੇਂ 'ਚ ਵੱਡੀ ਗੱਲ ਕਹਿ ਜਾਣਾ, ਇਹ ਤੁਹਾਡੇ ਨਾਟਕਾਂ 'ਚ ਦੇਖਿਆ ਹੈਗਾ। ਤੇ ਸਟੀਕ ਗੱਲ ਕਹਿ ਜਾਣਾ, ਇਹ ਤੁਹਾਡੇ ਤੋਂ ਸਿੱਖਿਆ ਹੈਗਾ। ਤੇ ਇਹਦੇ ਉੱਤੇ ਤੁਸੀਂ ਕੁਝ ਦਰਸ਼ਕਾਂ ਨੂੰ ਦੱਸੋ ਸਰ ਵੀ ਸਟੀਕ ਗੱਲ ਕਹਿਣੀ, ਬਹੁਤ ਸੰਖੇਪ ਗੱਲ ਕਹਿਣੀ, ਪਰ ਬਹੁਤ ਵੱਡੀ ਗੱਲ ਕਹਿ ਜਾਣੀ ਨਾ, ਇਹ ਤੁਹਾਡੇ 'ਚ ਇੱਕ ਗੁਣ ਹੈਗਾ ਜਿਹੜਾ ਕਿ ਬਹੁਤ ਘੱਟ ਲੋਕਾਂ 'ਚ ਹੁੰਦਾ ਹੈਗਾ, ਮੈਂ ਦੇਖਿਆ ਹੈਗਾ। ਮੈਂ ਵਿਅੰਗ ਵੀ ਲਿਖਦਾ ਵਾਂ, ਮੇਰੀਆਂ 3 ਕਿਤਾਬਾਂ ਨੇ ਵਿਅੰਗ ਦੀਆਂ। ਮਕਨੇ ਦਾ ਬਕਨਾ, ਮਕਨਾ ਪੱਟ ਤੇ ਜਖਣਾ ਤੇ ਮਕਨਾ ਲਿਆ ਨਹੀਂ ਰੱਖਣਾ। ਤੇ ਮਾਰਕੀਟ 'ਚ ਵੀ ਅਵੇਲੇਬਲ ਹੈ, ਆਨਲਾਈਨ ਵੀ ਅਵੇਲੇਬਲ ਹੈ। ਪਰ ਇਹ ਕੁਦਰਤੀ ਇਹ 'ਚ ਮੈਂ ਕਹਾਂ ਕਿ ਮੇਰੇ ਦੋਸਤਾਂ ਵਰਗੇ ਉਸਤਾਦ ਗੁਰਪ੍ਰੀਤ ਘੁੱਗੀ ਜੀ ਦੀ ਦੇਣ ਹੈ। ਇਹਨਾਂ ਨਾਲ ਮੈਂ ਸੀਰੀਅਲ ਲਿਖਦਾ ਆਨਲਾਈਨ, ਤੇ ਉਹਨਾਂ ਤੋਂ ਮੈਂ ਉਹਨਾਂ ਕੋਲ ਕੁਝੇ ਤੇ ਸਮੁੰਦਰ ਵਾਲੀ ਗੱਲ ਜਿਹੜੀ ਉਹਨਾਂ ਤੋਂ ਸਿੱਖੀ ਹੈ ਕਿ ਉਹਨਾਂ ਕੋਲ ਬਹੁਤ ਵੱਡਾ ਗੌਰ ਹੈ ਗੱਲ ਨੂੰ, ਕਿਉਂਕਿ ਉਹ ਹੁਣ ਤੇ ਲੀਡਰ ਲੈਵਲ ਤੇ ਵੀ ਬਹੁਤ ਵੱਡੇ ਨੇ ਤੇ ਉਹ ਬੁਲਾਰੇ ਵੀ ਬਹੁਤ ਵਧੀਆ ਨੇ ਔਰ ਅਦਾਕਾਰ ਤੇ ਬਾ ਕਮਾਲ ਹੀ ਨੇ। ਉਹਨਾਂ ਕੋਲ ਇਹ ਹੁਨਰ ਬਕਾਇਦਾ ਤੌਰ ਤੇ ਮੈਂ ਇਨਡਾਇਰੈਕਟਲੀ ਸਿੱਖਿਆ। ਔਰ ਬਾਕੀ ਇੱਕ ਲੀਓ ਟੋਲਸਟਾਏ ਸਾਹਿਬ ਨੇ ਗੱਲ ਕਹੀ ਸੀ ਕਿ ਪੜ੍ਹਦੇ ਜਾਓ ਤੇ ਲਿਖਦੇ ਜਾਓ, ਪੜ੍ਹਦੇ ਜਾਓ ਤੇ ਲਿਖਦੇ ਜਾਓ। ਸੋ ਚੱਜ ਦੀਆਂ ਚੀਜ਼ਾਂ, ਚੱਜ ਦੇ ਬੰਦੇ, ਚੰਗੇ ਲੋਕਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ, ਤਾਂ ਹੀ ਤੁਸੀਂ ਚੰਗਾ ਲਿਖ, ਬੋਲ, ਸੁਣ ਤੇ ਕਹਿ ਸਕਦੇ। ਸਹੀ ਗੱਲ ਹੈ। ਇੱਕ ਸਰ ਤੁਹਾਨੂੰ ਥੋੜਾ ਮਾਈਕ ਕੋਲੇ ਕਰਨਾ ਪਊਗਾ, ਥੋੜੀ ਆਵਾਜ਼ ਘਟ ਰਹੀ ਹੈ ਆਪਣੀ। ਹਾਂਜੀ ਹਾਂਜੀ, ਮੈਂ ਉੱਚੀ ਬੋਲ ਦਿੰਦਾ। ਹਾਂਜੀ। ਤੇ ਸਰ ਤੁਹਾਡੀ ਸ਼ਾਇਰੀ ਦੀ ਗੱਲ ਵਿੱਚ ਆਈ ਹੈ ਤਾਂ ਸ਼ਾਇਰੀ ਤੁਹਾਡੇ ਵੱਲੋਂ ਹੋ ਜੇ, ਜਿਹੜੀਆਂ ਤੁਹਾਡੀਆਂ ਫੇਵਰਟ ਸ਼ਾਇਰੀ ਦੀਆਂ ਪੰਕਤੀਆਂ ਹੈਗੀਆਂ। ਸ਼ਾਇਰੀ ਮੈਨੂੰ ਹੁਣ ਐਸ ਸੱਚ ਯਾਦ ਨਹੀਂ ਰਹਿੰਦੀ, ਤੇ ਉਹ ਮੋਬਾਈਲ 'ਚ ਹੀ ਰੱਖੀ ਦੀ। ਅੱਜ ਕੱਲ੍ਹ ਮੋਬਾਈਲ ਨੇ ਯਾਦਾਸ਼ਤ ਘਟਾਤੀ ਹੈ, ਤੇ ਜੇ ਕੋਈ ਚੇਤੇ ਆਉਂਦੀ ਗਈ ਤਾਂ ਮੈਂ ਤੁਹਾਨੂੰ ਜ਼ਰੂਰ ਦੱਸ ਦੂੰਗਾ। ਤੇ ਸੋਚ ਲੈਣ ਦੋ ਥੋੜਾ ਜਿਹਾ, ਇੱਕ ਮੈਂ ਪਿੱਛੇ ਜਿਹਾ ਕੱਲ ਪਰਸੋਂ ਸ਼ੇਅਰ ਲਿਖਿਆ ਸੀ, ਤੇ ਇਹਦੇ 'ਚ ਹੀ ਹੈ। ਚਲੋ ਮੈਂ ਲੱਭ ਕੇ ਤੁਹਾਨੂੰ ਸੁਣਾ ਦਿੰਦਾ, ਇੱਕ ਮਿੰਟ ਵਾਪਸ ਆ ਕੇ, ਉਹਨਾਂ ਚਿਰ ਗੱਲਾਂ ਕਰੀ ਜਾਂਦੇ ਆ। ਤੇ ਠੀਕ ਹੈ। ਉਹ ਐਕਚੁਅਲੀ ਹਿੰਟ ਹੀ ਚਾਹੀਦਾ ਮੈਨੂੰ, ਉਸ ਤਰ੍ਹਾਂ ਭੁੱਲ ਗਿਆ। ਤੇ ਕੋਈ ਇੱਕ ਸ਼ੇਰ ਇੱਕ ਦੁਸ਼ਮਨ ਜ਼ਮਾਨਾ ਹੋ ਰਿਹਾ ਮੇਰੀ ਫਕੀਰੀ ਕਰਕੇ, ਦੁਸ਼ਮਨ ਜ਼ਮਾਨਾ ਹੋ ਰਿਹਾ ਮੇਰੀ ਫਕੀਰੀ ਕਰਕੇ, ਵਕਤ ਮੈਨੂੰ ਸੰਜੋ ਰਿਹਾ ਮੇਰੀ ਦਿਲਗੀਰੀ ਕਰਕੇ। ਵਾਹ ਵਾਹ। ਇਹ ਪਤਾ ਨਹੀਂ ਸਮਝ ਆਇਆ ਕਿ ਨਹੀਂ ਆਇਆ, ਪਰ ਮੈਂ ਆਪਣੇ ਵੱਲੋਂ ਬੋਲਤਾ। ਨਾਲੇ ਤਾਂ ਦਰਸ਼ਕਾਂ ਨੂੰ ਕੋਈ ਇਹਦਾ ਐਕਸਪਲੇਨ ਵੀ ਕਰ ਦੋ ਕਿ ਉਹ ਡੀਪ ਸੀਗਾ। ਮੇਰੀ ਜਿਹੜੀ ਫਕੀਰੀ ਹੈ ਨਾ, ਜੋ ਪਰਮਾਤਮਾ ਨੂੰ ਦਿੱਤੀ ਹੁੰਦੀ ਆ, ਉਹਦੇ ਕਰਕੇ ਵੀ ਲੋਕ ਉਹ ਤੋਂ ਵੀ ਇੰਨੇ ਜੈਲਸ ਆ ਕਿ ਉਹ ਤੋਂ ਵੀ ਦੁਸ਼ਮਣ ਬਣ ਜਾਂਦੇ ਆ। ਹਾਂ ਸਹੀ ਹੈ। ਵਕਤ ਮੈਨੂੰ ਸੰਜੋ ਰਿਹਾ, ਜਿਹੜਾ ਵਕਤ ਆ ਉਹ ਮੇਰੇ ਤੇ ਮਿਹਰਬਾਨ ਹੈ, ਉਹ ਮੈਨੂੰ ਸ਼ਿੰਗਾਰ ਰਿਹਾ ਹੈ ਮੇਰੀ ਦਿਲਗੀਰੀ ਕਰਕੇ, ਜਿਹੜੀ ਸ਼ੁਰੂ ਤੋਂ ਤੁਸੀਂ ਹਲੀਮੀ ਕਹੀ ਆ, ਉਹ ਕਹੀ ਆ ਗੁਣਾ ਕਰਕੇ। ਇਹ ਮੈਂ ਆਪਣੇ ਤੇ ਨਹੀਂ, ਆਮ ਦੁਨੀਆ ਲਈ, ਲੋਕਾਂ ਲਈ ਸ਼ੇਰ। ਸਹੀ ਗੱਲ ਹੈ। ਜਿਹੜੇ ਬੰਦਿਆਂ ਦੇ ਹੱਥ ਜਸ਼ ਹੁੰਦਾ ਹੈਗਾ, ਜਿਹੜੇ ਉਹਨਾਂ ਤੋਂ ਜੈਲਸ ਹੋਣ ਵਾਲੇ ਬੰਦੇ ਬਹੁਤ ਜ਼ਿਆਦਾ ਹੁੰਦੇ ਹੈ, ਪਰ ਉਹਦੇ ਪਿੱਛੇ ਮਿਹਨਤ ਕਿੰਨੀ ਹੁੰਦੀ ਹੈ, ਉਸ ਬੰਦੇ ਦੀ ਮੁਸ਼ੱਕਤ ਕਿੰਨੀ ਹੁੰਦੀ ਹੈ। ਜਿਵੇਂ ਕਿ ਹੁਣ ਵੀ ਮੈਂ ਤੁਹਾਨੂੰ ਦੇਖਾਂ ਤਾਂ ਅੱਜ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਮੈਂ ਪੇਂਟਿੰਗ ਸਿੱਖ ਰਿਹਾ ਹੈਗਾ, ਪੇਂਟਿੰਗ 'ਚ ਅੱਗੇ ਵਧ ਰਿਹਾ ਹੈਗਾ, ਮੈਂ ਸੰਗੀਤ ਸਿੱਖ ਰਿਹਾ, ਸੰਗੀਤ 'ਚ ਅੱਗੇ ਵਧ ਰਿਹਾ ਹੈ। ਈਵਨ ਐਕਟਿੰਗ 'ਚ ਇਸ ਮੁਕਾਮ ਤੇ ਪਹੁੰਚ ਕੇ ਤੁਸੀਂ ਕਹਿ ਰਹੇ ਹੋ ਕਿ ਐਕਟਿੰਗ 'ਚ ਹੋਰ ਅੱਗੇ ਵਧ ਰਿਹਾ ਹੈਗਾ, ਹੈ ਨਾ। ਤਾਂ ਇਹ ਅੱਗੇ ਵਧਣ ਵਾਲੀ ਜਿਹੜੀ ਗੱਲ ਹੁੰਦੀ ਹੈ, ਇਹ ਬੰਦੇ ਨੇ ਕਿੱਥੋਂ ਪੱਕ ਕੇ ਕਿੱਥੇ ਪਹੁੰਚਿਆ ਹੈਗਾ, ਉਹੀ ਬੰਦਾ ਕਹਿ ਸਕਦਾ ਨਾ। ਤੇ ਬਾਕੀ ਦੁਨੀਆ ਦਾ ਕੰਮ ਕੀ ਹੈ, ਗੱਲਾਂ ਕਰਨਾ, ਹੈ ਨਾ। ਪਰ ਬਹੁਤ ਘੱਟ ਲੋਕੀ ਹੁੰਦੇ ਜਿਹੜੇ ਦੇਖਦੇ ਹੈਗੇ ਕਿ ਉਹਦੇ ਪਿੱਛੇ ਕਿੰਨੀ ਸਟਰਗਲ ਹੈ। ਸ਼ੇਰ ਤਦ ਤੱਕ ਮੈਨੂੰ ਸ਼ੇਰ ਯਾਦ ਆ ਗਿਆ, ਪਰਸੋਂ ਲਿਖਿਆ ਹੈ ਕਿ ਜ਼ਿੰਦਗੀ ਦਾ ਇੰਨਾ ਕੁਝ ਹੰਢਾ ਲਿਆ, ਇੰਨੇ ਉਹ ਆ ਵੀ ਇੰਨੀਆਂ, ਜਿਹੜਾ ਬੰਦਾ ਕਿਸੇ ਨੇ ਦੁੱਖ ਸਹਿਲੇ ਹੋਣ, ਕਿਸੇ ਨੂੰ ਬੁਰਾਈ ਲੱਗੀ ਹੋਵੇ ਤਾਂ ਉਹਨੂੰ ਇਹ ਦੁੱਖ ਨਹੀਂ ਲੱਗਦਾ ਬਾਅਦ।
कहता कोई पास और कोई जुदा नहीं लगता, कोई पास और कोई जुदा नहीं लगता, अब जिंदगी में कुछ भी बुरा नहीं लगता, वाह वाह जिंदगी में कुछ भी बुरा नहीं लगता, वाह वाह वाह। जो जी आवे राजी जावे, जो रह चंगा हुंदा, कोई गल नहीं। ਬਾਕੀ ਸਰ ਤੁਸੀਂ ਜਿਹੜਾ ਇਸ ਸ਼ੇਰ 'ਚ ਪਿਛਲੇ ਸ਼ੇਰ ਨੂੰ ਹੋਰ ਕੰਪਲੀਮੈਂਟ ਕੀਤਾ ਹੈ ਕਿ ਮੇਰੀ ਫਕੀਰੀ ਤੋਂ ਲੋਕੀ ਦੁਸ਼ਮਣ ਹੋ ਰਹੇ ਹੈਗੇ ਆ ਹਨਾ। ਬਾਕੀ ਤੁਹਾਡੀ ਫਕੀਰੀ ਨਜ਼ਰ ਆਉਂਦੀ ਆ ਇੱਕ ਤੁਹਾਡੇ ਸ਼ਬਦਾਂ ਦੇ ਵਿੱਚ, ਤੁਹਾਡੇ ਰਹਿਣ ਸਹਿਣ ਦੇ ਵਿੱਚ। ਤੇ ਇੱਕ ਮਕਨਾਈ ਨੂੰ ਜਿਸ ਚੀਜ਼ ਤੋਂ ਮੈਂ ਜਾਣਦਾ ਹੈਗਾ ਕਿ ਇੱਕ ਲਾਈਨ ਨੂੰ ਉਹ ਐਕਸਪ੍ਰੈਸ਼ਨ ਦੇ ਕੇ 10 ਤਰੀਕਿਆਂ ਨਾਲ ਬੋਲ ਸਕਦੇ ਹੈਗੇ ਸੇਮ ਸ਼ਬਦਾਂ ਦੇ ਨਾਲ। ਤੇ ਉਹ ਆਰਟ ਦਰਸ਼ਕ ਵੀ ਦੇਖਣਾ ਚਾਹੁੰਗੇ ਤੁਹਾਡੇ ਤੋਂ ਕਿ ਕਿਸ ਤਰ੍ਹਾਂ ਨਾਲ ਟੋਨ ਦੇ ਨਾਲ ਸਾਰਾ ਕੁਝ ਚੇਂਜ ਹੋ ਜਾਂਦਾ ਹੈਗਾ। ਚਲੋ ਕੋਸ਼ਿਸ਼ ਕਰਦਾ ਵਾਂ, ਮੌਕੇ ਤੇ ਹੋ ਨਹੀਂ ਹੁੰਦਾ ਇਹ ਫਿਲਮਾਂ ਲਾਈਨ ਚ ਦਾ ਥੀਏਟਰ ਚ ਮਾਹੌਲ ਦੇ ਮੁਤਾਬਕ ਹੁੰਦਾ ਵਾ। ਚਲੋ ਤੁਹਾਡੇ ਨਾਲ ਮੌਕੇ ਤੇ ਕਰ ਦਿੰਦੇ ਆ। ਤੇ ਕੋਈ ਵੀ ਲਾਈਨ ਜੇ ਤੁਸੀਂ ਦੇਣੀ ਦੇ ਦਿਓ, ਨਹੀਂ ਤਾਂ ਮੈਂ ਬੋਲਣਾ। ਤੁਸੀਂ ਬੈਸਟ ਕਰਦੇ ਹੋਏ ਤਾਂ ਇਹ ਜ਼ਿੰਦਗੀ ਦੇ 9 ਰਸਾਂ ਨੂੰ 9 ਰਸਾਂ ਚ ਤੁਸੀਂ ਕਹਿ ਸਕਦੇ ਹੋ ਕਿ ਮੰਨ ਲਓ ਇਹਨਾਂ ਸਾਨੂੰ ਬੜੀ ਔਖੀ ਮਿਲੀ ਹੈ ਫਕੀਰੀ ਸੱਜਣਾ, ਇਹਨੂੰ ਹੀ ਕਹਿਣਾ ਵਾ। ਮੰਨ ਲਓ ਇਹਨੂੰ ਜਦੋਂ ਗੁੱਸੇ ਚ ਕਹਿਣਾ ਸਾਨੂੰ ਬੜੀ ਔਖੀ ਮਿਲੀ ਹੈ ਫਕੀਰੀ ਸੱਜਣਾ, ਓਏ ਜਦੋਂ ਪਿਆਰ ਚ ਕਹਿਣਾ ਸਾਨੂੰ ਬੜੀ ਔਖੀ ਮਿਲੀ ਹੈ ਫਕੀਰੀ ਸੱਜਣਾ, ਵਾਹ। ਜਦੋਂ ਰੋ ਕੇ ਕਹਿਣਾ ਤੇ ਸਾਨੂੰ ਬੜੀ ਔਖੀ ਮਿਲੀ ਹੈ ਫਕੀਰੀ ਸੱਜਣਾ, ਜਦੋਂ ਹੱਸ ਕੇ ਕਹਿਣਾ ਸਾਨੂੰ ਬੜੀ ਔਖੀ ਮਿਲੀ ਹੈ ਫਕੀਰੀ ਸੱਜਣਾ। ਤੋ ਇਹਨੂੰ ਤੁਹਾਡਾ ਹੱਸਣਾ, ਰੋਣਾ, ਖਾਣਾ, ਗਾਉਣਾ, ਖਾਂਦੇ ਵੀ ਇਹਨੂੰ ਕਿਵੇਂ ਕਹਿਣਾ ਸਾਨੂੰ ਬੜੀ ਔਖੀ ਮਿਲੀ ਹੈ ਫਕੀਰੀ ਸੱਜਣਾ। ਤੇ ਉਹ ਜਿਹੜੀ ਤੁਸੀਂ ਜਿਸ ਮਾਹੌਲ ਚੋਂ ਜੇ ਮੀਂਹ ਚ ਭੇਜ ਰਹੇ ਹੋ ਤੁਹਾਨੂੰ ਸਾਨੂੰ ਬੜੀ ਔਖੀ ਮਿਲੀ ਹੈ ਫਕੀਰੀ ਸੱਜਣਾ, ਮਜ਼ਾ ਆ ਗਿਆ। ਵੱਖ ਵੱਖ ਆਨੰਦ ਨੇ। ਕਿਹੜੇ ਮਾਹੌਲ ਚੋਂ ਤੁਸੀਂ ਗਰਮੀ ਚੋਂ ਤਾਂ ਉਦੋਂ ਕੋਲ ਗਰਮੀ ਚ ਵੀ ਹਰ ਚੀਜ਼ ਦਾ ਆਨੰਦ, ਹਰ ਚੀਜ਼ ਦੇ ਮਾਹੌਲ, ਹਰ ਚੀਜ਼ ਦੀ ਖੁਸ਼ੀ ਮੌਕੇ ਦੇ ਮੁਤਾਬਕ ਹੈ। ਉਹ ਐਕਟਿੰਗ ਕਿਸ ਤਰ੍ਹਾਂ ਦਾ ਆਨੰਦ ਹੈ, ਕਿਸ ਤਰ੍ਹਾਂ ਦਾ ਰਾਗ ਹੈ, ਕਿਸ ਤਰ੍ਹਾਂ ਦਾ ਰੰਗ ਹੈ, ਤੇ ਉਹ ਮੌਕੇ ਦੇ ਰੰਗ ਦੇ ਮੁਤਾਬਕ ਜਿੱਥੇ ਵੀ ਉੱਤੇ ਹੀ ਢਲ ਸਕਦੇ। ਹਾਂਜੀ ਤੇ ਬੜੀ ਵੱਡੀ ਗੱਲ ਹੈ ਇਹੀ ਚੀਜ਼। ਮਤਲਬ ਇੱਕ ਜਦੋਂ ਐਕਟਿੰਗ ਕਰਦਾ ਹੈਗਾ ਬੰਦਾ ਉਹਨੂੰ ਸਮਝਣ ਲੱਗੇ ਸਾਲਾਂ ਲੱਗ ਜਾਂਦੇ ਹੈਗੇ ਹੈ ਵੀ ਕਿਸ ਤਰ੍ਹਾਂ ਦੇ ਨਾਲ ਇਕੱਲੇ ਸ਼ਬਦ ਨਹੀਂ ਹੁੰਦੇ, ਉਹਦੇ ਪਿੱਛੇ ਐਕਸਪ੍ਰੈਸ਼ਨ ਹੁੰਦਾ ਹੈਗਾ, ਉਸ ਦੇ ਪਿੱਛੇ ਟੋਨ ਹੁੰਦੀ ਹੈਗੀ ਹੈ, ਉਸ ਪਿੱਛੇ ਤੁਹਾਡੇ ਭਾਵ ਹੁੰਦੇ ਹੈਗੇ ਹੈ। ਤੇ ਇਸੇ ਕਰਕੇ ਮੈਂ ਆਪਦੇ ਨੂੰ ਲੱਕੀ ਕਹਿੰਦਾ ਹੈਗਾ ਕਿ ਤੁਹਾਡੇ ਤੋਂ ਇਹੀ ਚੀਜ਼ ਸਿੱਖਣ ਨੂੰ ਮਿਲੀ। ਤਾਂ ਇੱਕ ਲਾਈਨ ਨੂੰ ਬੋਲਣ ਦੇ ਕਿੰਨੇ ਹੀ ਢੰਗ ਹੋ ਸਕਦੇ ਹੈਗੇ ਆ, ਉਸਦੇ ਐਕਸਪ੍ਰੈਸ਼ਨ ਦੇ ਨਾਲ, ਉਸਨੂੰ ਟੋਨ ਦੇ ਨਾਲ ਚੇਂਜ ਕੀਤਾ ਜਾ ਸਕਦਾ ਹੈਗਾ। ਤਾਂ ਹੋ ਗੱਲ ਕਰ ਰਹੇ ਸੀ ਸਟਰਗਲ ਦੀ, ਤਾਂ ਸਰ ਦਰਸ਼ਕ ਜਾਣਨਾ ਚਾਹਣਗੇ ਕਿ ਤੁਹਾਡੀ ਸਟਰਗਲ ਬਾਰੇ ਹਨਾ। ਮੁਕਾਮ ਏਦਾਂ ਨਹੀਂ ਹਾਸਲ ਹੁੰਦੇ ਹੈਗੇ। ਇਹ ਆਦਮੀ ਦੀ ਹਰ ਵੇਲੇ ਸਟਰਗਲ ਹੀ ਰਹਿੰਦੀ ਹੈ ਲਾਈਫ 'ਚ। ਜਿਹੜਾ ਕੋਈ ਸਕਸੈਸ ਤੇ ਚਲੇ ਜਾਵੇ ਤਾਂ ਵੀ ਉਹਦੀ ਸਟਰਗਲ ਹੀ ਆ। ਅਮਿਤਾਭ ਬੱਚਨ ਦੀ ਅਜੇ ਵੀ ਸਟਰਗਲ ਹੀ ਆ ਕਿ ਮੈਂ ਆ ਵੀ ਕਰ ਲਾਂ ਤੇ ਆ ਵੀ ਕਰ ਲਾਂ। ਉਹਦੀ ਇਹ ਵੀ ਸਟਰਗਲ ਹੈ ਕਿ ਮੈਂ ਐਲ ਪਚੀਨੋ ਬਣ ਜਾ, ਮੈਂ ਹਾਲੀਵੁੱਡ ਫਿਲਮ 'ਚ ਜਾਵਾਂ। ਉਹ ਹਰ ਵੇਲੇ ਸਟਰਗਲ ਚੱਲਦੀ ਰਹਿੰਦੀ ਹੈ। ਮੇਰੀ ਹਿੰਦੀ ਪੰਜਾਬੀ ਫਿਲਮਾਂ ਬਣ ਗਈਆਂ ਤਾਂ ਮੈਂ ਕਹੂੰਗਾ ਹਿੰਦੀ 'ਚ ਜਾਣਾ, ਹਿੰਦੀ ਮਿਲ ਗਈ ਤੇ ਅੰਗਰੇਜ਼ੀ 'ਚ ਜਾਣਾ। ਮਤਲਬ ਬੰਦੇ ਦੀ ਸਟਰਗਲ ਮੁੱਕਦੀ ਨਹੀਂ ਆ। ਜੇ ਮੇਰੇ ਕੋਲ ਐਡਾ ਕੁ ਘਰ ਹੈ ਤਾਂ ਮੈਂ ਕਹੂੰਗਾ ਇੱਥੋਂ ਵੀ ਵੱਡਾ ਚਾਹੀਦਾ, ਇੱਥੋਂ ਵੀ ਵੱਡੀ ਗੱਡੀ ਚਾਹੀਦੀ ਆ, ਵੱਡਾ ਮੋਬਾਈਲ ਚਾਹੀਦਾ। ਉਹਨੂੰ ਪਾਉਣ ਦੀ ਸਟਰਗਲ ਚੱਲਦੀ ਰਹਿੰਦੀ। ਪਰ ਜਿਹੜੀ ਤੁਸੀਂ ਸਟਰਗਲ ਕਹਿ ਰਹੇ ਹੋ ਫਿਲਮ ਲਾਈਨ ਦੀ, ਉਹ ਵੱਖ ਵੱਖ ਫੇਜ਼ਿਸ ਨੇ। ਜਿਸ ਤਰ੍ਹਾਂ ਅੰਮ੍ਰਿਤਸਰ ਪਹਿਲਾਂ ਥੀਏਟਰ ਕਰਨਾ, ਥੀਏਟਰ ਤੋਂ ਬਾਅਦ ਮੇਰੀ ਪਹਿਲੀ ਫਿਲਮ ਟ੍ਰੇਨ ਟੂ ਪਾਕਿਸਤਾਨ ਮਿਲੀ। ਉੱਥੋਂ ਮੈਨੂੰ ਬੰਬੇ ਦੀ ਚੇਟਕ ਲੱਗੀ, ਵੱਡੇ ਲੋਕਾਂ ਨਾਲ, ਬੰਬੇ ਦੇ ਲੋਕਾਂ ਨਾਲ ਕੰਮ ਕੀਤਾ। ਤੇ ਫਿਰ ਮੇਰੀ ਪਹਿਲੀ ਫਿਲਮ ਜੰਗਲ ਆਈ, ਪਹਿਲਾ ਸੀਰੀਅਲ ਜੈ ਹਨੂਮਾਨ ਆਇਆ, ਫਿਰ ਲਵ ਕੇ लिए कुछ भी करेगा, फिर मुझे कुछ कहना है ਜਿਹਦਾ ਗਾਣਾ ਬੜਾ ਹੈ इस प्यार को क्या नाम दूं। गाना बहुत सुना। इस प्यार को क्या नाम दूं, बहुत सोहना गाना सी। ਤੇ ਕਰੀਨਾ ਕਪੂਰ, ਤੁਸ਼ਾਰ ਕਪੂਰ ਦੀ ਪਹਿਲੀ ਫਿਲਮ ਸੀ। ਤੇ ਫਿਰ ਮੁੰਨਾ ਭਾਈ MBBS, ਮੁੰਨਾ ਭਾਈ ਲਗੇ ਰਹੋ, ਤੁਮਾਰੇ ਵਾਲੇ ਵਤਨ ਸਾਥੀਓ, ਕਈ ਫਿਲਮਾਂ ਪੰਜਾਬੀ ਫਿਲਮਾਂ, ਲੌਂਗ ਲਾਚੀ, ਰੇਡੂਆ, ਪੰਜਾਬ 84,
ਅੰਨੇ ਘੋੜੇ ਦਾ ਦਾਨ, ਨੂਰਾਂ ਹੂੰ ਆਈਆਂ ਨੇ ਕਈ। ਤੇ ਉਹ ਸਟਰਗਲ ਦਾ ਦੌਰ ਹੀ ਆ ਕਿ ਪਹਿਲਾਂ ਛੋਟੇ ਰੋਲ, ਉਸ ਤੋਂ ਫਿਰ ਵੱਡੇ ਰੋਲ, ਫਿਰ ਵੱਡੇ। ਅਜੇ ਵੀ ਜਿਹੜਾ ਕਿ ਮੈਂ ਤਰਸ ਰਿਹਾ ਵੱਡੇ ਰੋਲ 'ਚ ਮੇਨ ਵਿਲਨ ਦਾ ਰੋਲ ਲੱਗ ਹੀ ਆ, ਹੁਣ ਬਸ ਉੱਤੇ ਬੈਠੇ ਹੀ ਹੋਏ ਆ। ਲੋਕਡਾਊਨ ਦਾ ਮਾਹੌਲ ਚੰਗੀ ਤਰ੍ਹਾਂ ਖੁੱਲ ਜਾਂਦਾ ਤੇ ਫਿਰ ਕੰਮ ਹੀ ਕਰਨਾ ਵਾ। ਸੋ ਸਟਰਗਲ ਹਰ ਵੇਲੇ ਚੱਲਦੀ ਰਹਿੰਦੀ ਆ, ਪਰ ਬੰਦੇ ਦੀ ਆਪਣੀ ਮਿਹਨਤ, ਲਗਨ ਤੇ ਆਪਣੀ એનર્ਜੀ ਤੇ ਆ ਕਿ ਕਿਵੇਂ ਸਕਸੈਸ ਪਾਉਣਾ, ਕਿੰਨੀ ਜਲਦੀ ਪਾਉਣਾ। ਤੇ ਸਹੀ। ਕਈ ਸਿੰਗਰ ਹੁੰਦੇ ਉਹਨਾਂ ਦਾ ਪਹਿਲਾ ਗਾਣਾ ਹੀ ਹਿੱਟ ਹੋ ਜਾਂਦਾ ਵਾ, ਕਈ ਵਿਚਾਰੇ ਬੜੀ ਮਿਹਨਤ ਮਸ਼ੱਕਤ ਕਰਦੇ ਰਹਿੰਦੇ ਆ, ਫਿਰ ਜਾ ਕੇ ਕਿਤੇ 5 ਸਾਲਾਂ ਬਾਅਦ 10 ਸਾਲਾਂ ਬਾਅਦ ਇੱਕ ਗਾਣਾ ਆਇਆ। ਪਰ ਰੱਬ ਨੇ ਹਰ ਬੰਦੇ ਦਾ ਆਪਣਾ ਮਕਾਮ ਲਿਖਿਆ ਵਾ। ਅਮਰੀਸ਼ ਪੁਰੀ ਸਾਹਿਬ 43 ਸਾਲ 45 ਸਾਲ ਦੀ ਉਮਰ 'ਚ ਜਾ ਕੇ ਉਹਨਾਂ ਨੂੰ ਸਕਸੈਸ ਮਿਲਿਆ, ਔਰ ਆਪਣੇ ਸਰਦਾਰ ਸੂਈ ਸਾਹਿਬ ਜਿਹੜੇ ਹੁਣ ਐਡੇ ਬਾਕਮਾਲ ਐਕਟਰ ਨੇ, ਚੰਗਾ ਨਾਂ ਹੈ ਪੰਜਾਬੀ ਇੰਡਸਟਰੀ ਦਾ ਉਹਨਾਂ ਦਾ, ਔਰ ਉਹਨਾਂ ਨੂੰ 63 ਸਾਲ ਦੀ ਉਮਰ 'ਚ ਜਾ ਕੇ ਸਕਸੈਸ ਮਿਲਿਆ। ਸੋ ਇਹਦੀ ਕੋਈ ਮਾਪਦੰਡ ਨਹੀਂ ਹੈ, ਆਪਣੀ ਮਿਹਨਤ ਦਾ ਲਗਨ ਹੈ, ਬਸ ਲੱਗੇ ਰਹੋ, ਕਰਦੇ ਰਹੋ ਜੋ ਕੰਮ ਕਰ ਰਹੇ। ਤੁਹਾਡੇ ਮਨ ਨੂੰ ਖੁਸ਼ੀ, ਅੰਤਰ ਆਤਮਾ ਨੂੰ ਖੁਸ਼ੀ ਮਿਲਣੀ ਚਾਹੀਦੀ ਹੈ। ਜੋ ਤੁਸੀਂ ਕਰ ਰਹੇ ਹੋ ਚੰਗਾ ਕਰ ਰਹੇ ਹੋ, ਆਪੇ ਮਹਾਰਾਜ ਮੁੱਲ ਪਾਏਗਾ। ਬਹੁਤ ਵੱਡੀ ਗੱਲ ਕਹਿਤੀ ਸਰ ਕਿ ਲੱਗੇ ਰਹਿਣਾ ਜ਼ਰੂਰੀ ਹੈਗਾ। ਸਕਸੈਸ ਮਿਲਣੀ ਉਹ ਜਦੋਂ ਆਉਣੀ ਹੈਗੀ ਹੈ ਉਦੋਂ ਹੀ ਆਉਣੀ ਹੈ। ਇਹ ਵਾਕਈ ਹੀ ਬੇਸਬਰੀ ਵਾਲਾ ਕੰਮ ਨਹੀਂ ਹੈਗਾ, ਸਬਰ ਵਾਲਿਆਂ ਦਾ ਕੰਮ ਹੈਗਾ, ਸ਼ਿੱਦਤ ਵਾਲਿਆਂ ਦਾ ਕੰਮ ਹੈਗਾ, ਲਗਨ ਵਾਲਿਆਂ ਦਾ ਕੰਮ ਹੈਗਾ, ਜੋ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ ਹੈਗਾ। ਤੇ ਅੱਛੇ ਬੰਦਿਆਂ ਦੀ ਕੰਪਨੀ ਮਿਲ ਜਾਣਾ ਤੁਹਾਡੇ ਵਾਸਤੇ ਬਹੁਤ ਵੱਡੀ ਗੱਲ ਹੈਗੀ ਹੈ। ਤਾਂ ਸਾਡੀ ਆਡੀਅנס 'ਚ ਜ਼ਿਆਦਾਤਰ ਯੰਗਸਟਰ ਹੁੰਦੇ ਹੈ, ਤੇ ਯੰਗਸਟਰ ਦੀ ਜੋ ਸਟਰਗਲ ਹੁੰਦੀ ਹੈਗੀ ਹੈ ਤਾਂ ਆਮ ਤੌਰ ਤੇ ਸਟਰਗਲ ਨੂੰ ਉਹ ਫੇਲੀਅਰ ਦੇ ਤਰੀਕੇ ਨਾਲ ਦੇਖ ਲੈਂਦੇ ਹੈਗੇ ਆ। ਤੇ ਜਦੋਂ ਇਸ ਚੀਜ਼ ਨੂੰ ਫੇਲੀਅਰ ਦੇ ਨਾਲ ਰਿਲੇਟ ਕਰਦੇ ਤਾਂ ਦੋਸ਼ ਹੁੰਦਾ ਉਹਨਾਂ ਦਾ ਨਸ਼ਿਆਂ 'ਚ ਪੈਣ ਦਾ। ਨਸ਼ਾ ਇੱਕ ਤਰ੍ਹਾਂ ਦਾ ਪੈਸੀਫਾਈ ਹੋਣਾ ਚਾਹੁੰਦੇ ਹੈਗੇ ਆ। ਤੇ ਮੈਂ ਵੀ ਉਸੇ ਪ੍ਰੋਗਰਾਮ ਦਾ ਇੱਕ ਪਾਰਟ ਹੈਗਾ, ਬਡੀ ਪ੍ਰੋਗਰਾਮ ਜਿਹੜਾ ਸਰਕਾਰ ਨੇ ਚਲਾਇਆ ਹੈਗਾ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਨਸ਼ਿਆਂ ਬਾਰੇ ਕੀ ਬੋਲਣਾ ਚਾਹੋਗੇ ਤੁਸੀਂ? ਇਹ ਤੁਹਾਡੇ ਮਾਂ-ਪਿਓ ਦੀ ਸਿੱਖਿਆ, ਤੁਹਾਡਾ ਸੰਸਕਾਰ ਹੈ। ਕੋਈ ਬੰਦਾ ਨਸ਼ਿਆਂ 'ਚ ਨਹੀਂ ਪੈ ਸਕਦਾ। ਫੇਲੀਅਰ ਵੀ ਹੋ ਗਏ ਤੇ ਕਈ ਫੇਲੀਅਰ ਹੋ ਕੇ 20 ਵਾਰੀ ਉੱਠਦੇ ਆ, 20 ਵਾਰੀ ਡਿੱਗਦੇ ਆ। ਇਹ ਤੁਹਾਡੇ ਸੰਸਕਾਰਾਂ ਤੇ ਡਿਪੈਂਡ ਕਰਦਾ, ਤੁਹਾਨੂੰ ਕਿਹੜੇ ਮਾਹੌਲ 'ਚ ਪਾਲਣਾ ਹੋਈ ਹੈ। ਜੇ ਤੁਸੀਂ ਸਖਤੀ 'ਚ ਪਾਲਣਾ ਹੋਈ ਹੈ ਤੁਹਾਡੀ, ਤਾਂ ਤੁਸੀਂ ਕਦੇ ਨਸ਼ਿਆਂ ਦੇ ਦੌਰ 'ਚ ਨਹੀਂ ਪੈ ਸਕਦੇ। ਜੇ ਥਾਲੀ 'ਚ ਪਰੋਸ ਕੇ ਚਾਂਦੀ ਦੇ ਚਮਚ ਨਾਲ ਹੋਈ ਹੈ ਤਾਂ ਫਿਰ ਤੁਸੀਂ ਕਿਸੇ ਵੇਲੇ ਵੀ ਗਏ, ਹੁਣ ਵੀ ਗਏ ਤੇ ਕੱਲ ਵੀ। ਫਿਰ ਤੇ ਦੂਜਾ ਮੋਬਾਈਲ ਜਿਹੜਾ ਵਾ ਸਾਡਾ, ਇਹ ਬੜਾ ਵੱਡਾ ਡਿਪਰੈਸ਼ਨ ਦਾ ਕਾਰਨ ਹੈ। ਇਹ ਜੇ ਤੁਹਾਨੂੰ 4 ਤੁਹਾਡੇ ਫਾਲੋਅਰ ਘੱਟ ਗਏ ਤੇ ਤੁਹਾਡੇ ਮਨ ਉਦਾਸ ਹੋ ਜਾਂਦਾ, ਤੇ 4 ਵੱਧ ਜਾਣ ਤੇ ਤੁਸੀਂ ਖੁਸ਼ ਹੋ ਜਾਂਦੇ ਜੇ। ਸੋ ਇਹ ਮੋਹ ਮਾਇਆ ਨਾ ਜਿਹੜਾ ਨਿੱਕਾ ਮੋਟਾ ਸਾਡਾ ਲੈਵਲ ਛੋਟਾ ਕਰੀ ਜਾਂਦਾ, ਸਾਡੀ ਜ਼ਿੰਦਗੀ ਛੋਟੀ ਕਰੀ ਜਾਂਦਾ ਹੈ। ਵੱਡੇ ਪੜਦੇ 70 mm ਤੋਂ ਅਸੀਂ ਇੰਨੇ ਕਿਤੇ ਆ ਗਏ ਤੇ ਆਪੇ ਹੀ ਸੋਚ ਲਓ ਕੀ ਹਾਲ ਹੋਏਗਾ ਸਾਡਾ। ਚੀਜ਼ਾਂ ਨੂੰ ਵੱਡਾ ਵੇਖਦੇ ਸਾਂ, ਵੱਡਾ ਸਕਾਈ, ਵੱਡਾ ਆਸਮਾਨ, ਵੱਡਾ ਪੜਦਾ, ਤੇ ਹੁਣ ਇੰਨੇ ਕਿਤੇ ਵੇਖਦੇ ਆ ਤੇ ਉਹ ਆਪੇ ਤੁਹਾਨੂੰ ਸਾਡੀ ਸੋਚ ਵੀ ਉੱਡੀ ਹੋਈ ਜਾਣੀ। ਸਹੀ ਹੈ, ਸਹੀ ਹੈ, ਸਹੀ। ਤਾਂ ਸਰ ਆਰਟਿਸਟਾਂ ਵਾਸਤੇ ਬੜਾ ਮਾੜਾ, ਕਈਆਂ ਨੇ ਮਾੜਾ ਬੋਲਿਆ ਹੈਗਾ, ਤੁਹਾਡੇ ਤੋਂ ਸੁਣਨਾ ਚਾਹਾਂਗਾ। ਲੋਕਡਾਊਨ ਦਾ ਸਮਾਂ ਨਾ, ਆਰਟਿਸਟਾਂ ਦਾ ਚਾਹੇ ਮੂਵੀ ਬਣਾਉਣਾ ਹੈਗਾ, ਚਾਹੇ ਥੀਏਟਰ ਕਲਾਕਾਰ ਹੈਗੇ ਆ, ਉਹਨਾਂ ਨੂੰ ਏਦਾਂ ਲੱਗਿਆ ਕਿ ਸਾਨੂੰ ਕੰਮ ਤੋਂ ਵਾਂਝੇ ਹੋਏ ਹੈਗੇ। ਤੁਸੀਂ ਲੋਕਡਾਊਨ ਨੂੰ ਕਿਸ ਤਰ੍ਹਾਂ ਲਿਆ ਹੈਗਾ? ਵੇਖੋ ਜੀ, ਸਮਾਂ ਕੋਈ ਵੀ ਮਾੜਾ ਨਹੀਂ ਹੁੰਦਾ। ਸਮਾਂ ਤੇ ਆਪਣੀ ਗਤੀ ਤੇ ਚੱਲੀ ਜਾ ਰਿਹਾ, ਉਹਦਾ ਕੋਈ ਕਸੂਰ ਹੀ ਨਹੀਂ। ਸਮੇਂ ਨੂੰ ਮਾੜਾ ਹੀ ਕਹਿ ਦਿੰਦਾ। ਸਹੀ ਹੈ। ਉਹ ਗੱਲ ਇਹ ਹੁੰਦੀ ਆ ਕਿ ਸਮਾਂ ਆਪਣੀ ਚਾਲੇ ਚੱਲਦਾ ਜਾਂਦਾ ਵਾ, ਉਹ ਹਰ ਚੀਜ਼ ਸਬਕ ਸਿਖਾ ਕੇ ਜਾਂਦਾ। ਲੋਕਡਾਊਨ ਵੀ ਸਬਕ, ਮੈਂ ਤੇ ਜਿਹੜਾ ਲੋਕਡਾਊਨ ਸੀ, ਕੋਵਿਡ ਸੀ, ਕੋਵਿਡ ਨੂੰ ਮੈਂ ਕਦੀ ਵੀ ਨੈਗੇਟਿਵ ਨਹੀਂ ਲਿਆ। ਇਹ ਤਾਂ ਬੰਦੇ ਦੇ ਕਰਮ ਨੇ। ਉਹਨੇ ਪਹਿਲਾ ਝਟਕਾ ਤੁਹਾਨੂੰ 2019 ਦਿੱਤਾ ਵੀ ਸਮਝੋ, ਸਮਝ ਜਾਓ। ਉਹੀ ਲੋਕਾਂ ਨੇ ਕਿਹਾ ਵਾਹ ਜੀ ਵਾਹ, ਜਲੰਧਰੋਂ ਪਹਾੜ ਦਿਖਣੇ ਸ਼ੁਰੂ ਹੋ ਗਏ, ਅਸਮਾਨ ਨੀਲਾ ਹੋ ਗਿਆ, ਪਾਣੀ ਸਾਫ਼ ਹੋ ਗਿਆ, ਹਵਾ ਸ਼ੁੱਧ ਹੋ ਗਈ, ਵਾਹ ਜੀ ਵਾਹ, ਸਫਾਈ ਵਾਲਿਆਂ ਤੇ ਫੁੱਲ ਵਰਸਾਏ ਜਾ ਰਹੇ ਆ, ਲੋਕਾਂ ਦੀ ਕਦਰ ਹੋ ਰਹੀ ਹੈ। ਉਦੋਂ ਲੱਗਾ ਕਿ ਹੁਣ ਫਿਰ ਤੋਂ ਮਾਨਵਤਾ ਜ਼ਿੰਦਾ ਹੋ ਜਾਊਗੀ। ਲੋਕਾਂ ਨੇ ਪੁੰਨ ਕਰਨੇ ਸ਼ੁਰੂ ਕਰ ਦਿੱਤੇ, ਪੈਸੇ ਦੀ ਵੈਲਿਊ ਘਟ ਗਈ ਤੇ ਚੱਲ ਇਹ ਕਿਹੜੇ ਕੰਮ ਹੋਣਾ, ਪਤਾ ਨਹੀਂ ਕਦੋਂ ਖਤਮ ਹੋ ਜਾਣਾ। ਜ਼ਰਾ ਖੁੱਲਣ ਦੀ ਦੇਰ ਹੋਈ, ਫਿਰ ਉਹੀ ਕਮੀਨਾਪਣ, ਉਹੀ ਮਤਲਬੀ ਪੁਣਾ, ਉਹੀ ਯਾਰ ਮਾਰੀਆਂ, ਉਹੀ ਜ਼ਮੀਨਾਂ ਹੜਪਣੀਆਂ,
ਉਹੀ ਕੁਰਸੀਆਂ, ਉਹੀ ਨੇਤਾ। ਤੇ ਉਹ ਫਿਰ ਕੁਦਰਤ ਨੇ ਹੁਣ ਭਾਵੇਂ ਤੀਜੀ ਵੀ ਆਵੇ, ਚੌਥੀ ਵੀ ਆਵੇ, ਉਹਨੇ ਜਿਹੜਾ ਨਾ ਉਹਨੇ ਹੁਣ ਸਬਕ ਸਿਖਾ ਕੇ ਰਹਿਣਾ। ਇਹ ਧਰਤੀ ਉਹਦੀ ਦੇਣ ਹੈ, ਉਹਦੀ ਕੁਦਰਤ ਹੈ, ਧਰਤੀ ਹੀ ਰੱਬ ਹੈ। ਜੇ ਸਾਨੂੰ ਪਾਲਣਾ ਨਹੀਂ ਆਇਆ, ਤੇ ਮੈਂ ਅੱਗੇ ਵੀ ਦੱਸਦਾ ਹੁੰਦਾ ਕਿ ਆਪਣਾ ਬਾਣੀ 'ਚ ਵੀ ਲਿਖਿਆ ਪਵਨ ਪਾਣੀ, ਜਿਹੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਂ। ਤੇ ਉਸੇ ਤਰ੍ਹਾਂ ਭਗਵਾਨ ਦਾ ਮਤਲਬ ਵੀ ਇਹੋ ਆ, ਭਾ ਤੋਂ ਭੂਮੀ, ਦਾ ਤੋਂ ਗਗਨ, ਵਾ ਤੋਂ ਵਾਯੂ, ਨਾ ਤੋਂ ਨੀਰ ਯਾਨੀ ਕਿ ਪਾਣੀ। ਤੇ ਇਹ ਭਗਵਾਨ ਜਿਹੜਾ ਰੱਬ, ਜਿਹੜਾ ਤੁਸੀਂ ਇੱਧਰ ਉੱਧਰ ਦੂਜੀਆਂ ਮੂਰਤਾਂ 'ਚ ਲੱਭਦੇ ਹੋ, ਅਸਲ 'ਚ ਕੁਦਰਤ 'ਚ ਮੌਜੂਦ ਹੈ, ਤੁਹਾਡੇ ਆਪਣੇ 'ਚ ਮੌਜੂਦ ਹੈ। ਉਹਦੀ ਕਦਰ ਕਰਨੀ ਸਿੱਖੋ ਤੇ ਤੁਸੀਂ ਰੱਬ ਦੇ ਬਹੁਤ ਨੇੜੇ ਰਹੋਗੇ, ਉਹਨਾਂ ਚਿਰ ਲੰਮੇ, ਵਧੀਆ, ਸਿਹਤਮੰਦ, ਸੁਰੱਖਿਅਤ ਰਹੋਗੇ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਵੀ ਲੋਕਡਾਊਨ ਨੇ ਘਾਟ ਪਾਈ, ਉਹ ਮੈਂ ਤੁਹਾਨੂੰ ਦੱਸਿਆ, ਸਾਰੀ ਘਾਟ, ਬਾਦ, ਦੁੱਖ, ਗਮੀ, ਇਹ ਸਭ ਤੁਹਾਡੇ ਦਿਮਾਗ 'ਚ ਹੈ, ਇੱਥੇ ਹੈ। ਸਹੀ ਹੈ। ਮੇਰੇ ਕੋਲ ਚੰਗੀ ਗੱਲ ਸੀ ਜਿਹੜੀ ਇਹਨੇ ਸਭ ਤੋਂ ਵੱਡਾ ਸਬਕ ਦਿੱਤਾ। ਆਰਟਿਸਟਾਂ ਦੀ ਗੱਲ ਕਰ ਰਹੇ ਆ ਕਿ ਭਾਈ ਆਰਟਿਸਟੀ ਤੋਂ ਇਲਾਵਾ ਵੀ ਕੋਈ ਤੁਹਾਡਾ ਹੁਨਰ, ਤੁਹਾਡਾ ਕੰਮ ਹੋਣਾ ਚਾਹੀਦਾ। राजिंदर सिंह बेदी जी कहते ही कि मेरी कलम मुझे रोटी नहीं दे सकती, रोटी के लिए मुझे प्याज बेचने पड़ेंगे, प्याज की दुकान खोलनी पड़ेगी। सो अजकल का समा है कि घट्टो घट तुहाडे कोल 3-4 सोर्स होण, जिदों तो तुसीं इधरों रोटी गई ते इधरों आ जाए, इधरों गई ते आए। ते इस करके मेरे कोल चलो परमात्मा की बख्शिश सी, सरकारी नौकरी सी ते मैं उधरों मैनूं आउंदा रहा, पर मैनूं महसूस नहीं होया जे ना भी हुंदी ते मेरा मैं अपना गुजारा जिहड़ा वो सीमित पैसे च करदा वां। मेरे को 1 रुपया भी होवे ते मैं सारा शहर घुमाणा, मैनूं वड्डी गड्डी दी लोड़ नहीं, वड्डे महंगे मोबाइल दी लोड़ नहीं, वड्डे घर दी लोड़ नहीं। ते मेरियां खुशियां मेरी एक 500 रुपये वाली पेंट च भी आ जांदियां, 300 रुपये वाली जुत्ती च भी आ जांदियां। मैनूं कोई ब्रांडां दी लोड़ नहीं है। ते सो मैनूं कोई घाट नहीं आई भी लॉकडाउन ने आ कीता या ओ कीता। दूजी गल, जिहड़े रब ने देना, जिहड़े मालक दी पुत्तर आ, ਜਦੋਂ ਉਹ ਮਿਹਰਬਾਨ ਤੋਂ ਕਿਸੇ ਨੂੰ ਕੁਛ ਨਹੀਂ ਹੋਣ ਦਿੰਦਾ। ਇਸ ਕਰਕੇ ਕੋਈ ਲੋਕਡਾਊਨ ਸ਼ੌਕਡਾਊਨ ਸਾਡੇ ਤੇ ਕੋਈ ਨਹੀਂ। ਅਸੀਂ ਰੱਬ ਦੀ ਦਇਆ 'ਚ ਹਾਂ। ਇਹ ਆ ਕਿ ਸੈਰ ਸ਼ੁਰੂ ਤੋਂ ਰੱਖੀ ਸੀ, ਭੱਜ ਨੱਠ ਦੌੜ, ਉਹ ਉਦੋਂ ਵੀ ਲਾਈ, ਹੁਣ ਵੀ ਲਾਈ ਦੀ ਆ। ਤੇ ਜਿੱਦਣ ਉਹਨੇ ਲੈ ਕੇ ਜਾਣਾ ਉਹਦਾ ਸਰੀਰ ਆ, ਜਦੋਂ ਮਰਜ਼ੀ ਲੈ ਜੇ। ਸਹੀ ਹੈ, ਸਹੀ ਹੈ। ਇਹੀ ਚੀਜ਼ ਸੁਣਨਾ ਚਾਹੁੰਦੇ ਸੀਗੇ, ਕਿਉਂਕਿ ਹਮੇਸ਼ਾ ਤੁਹਾਡਾ ਡਾਇਲੋਗ ਰਹਿੰਦਾ ਹੈਗਾ ਕਿ ਆਪਣਾ ਕਮਾਈ ਦਾ ਸਾਧਨ ਇਕੱਲੇ ਥੀਏਟਰ ਨੂੰ ਨਾ ਸਮਝੋ। ਇਹ ਪਹਿਲਾਂ ਵੀ ਕਹਿੰਦੇ ਰਹੇ ਹੋ ਤੁਸੀਂ, ਇਹ 2019 ਚ ਆਪਣਾ ਕੋਵਿਡ ਆਇਆ ਹੈਗਾ, ਉਹ ਤੋਂ ਪਹਿਲਾਂ ਦੇ ਤੁਹਾਡੇ ਡਾਇਲੋਗ ਸੀਗੇ, ਆਪਣੇ ਆਪ ਨੂੰ ਥੀਏਟਰ ਤੱਕ ਸੀਮਿਤ ਨਾ ਰੱਖੋ, ਆਪਣੀ ਕਮਾਈ ਦੇ ਹੋਰ ਸਾਧਨ ਵੀ ਰੱਖੋ, ਨੰਬਰ 1। ਤੇ ਦੂਜੀ ਗੱਲ, ਤੁਸੀਂ ਉਹ ਵੀ ਹਮੇਸ਼ਾ ਹੀ ਕਹਿੰਦੇ ਰਹੇ ਹੋ, ਆਪਣੇ ਜਿਹੜੇ ਖਰਚੇ ਹੈਗੇ ਆ ਉਹ ਸੀਮਿਤ ਰੱਖੋ, ਤਾਂ ਕਿ ਤੁਸੀਂ ਖੁਸ਼ ਰਹੋ, ਤੁਸੀਂ ਅੱਗੇ ਵੱਧਦੇ ਰਹੋ। ਇਹ ਤੁਹਾਡੇ ਪਹਿਲਾਂ ਤੋਂ ਵੀ ਮੈਂ ਜਾਣਦਾ ਹੈਗਾ, ਹੁਣ ਇਹ ਕੋਵਿਡ ਕਰਕੇ ਨਹੀਂ, ਇਹ ਤੁਹਾਡੀ ਪਰਸਨੈਲਿਟੀ 'ਚ ਹੈ। ਤੇ ਕੋਵਿਡ ਦੌਰਾਨ ਜਾਂ ਲੋਕਡਾਊਨ ਦੌਰਾਨ ਇੱਕ ਨਵੀਂ ਚੀਜ਼ ਨਿਕਲ ਕੇ ਆਈ ਹੈ, OTT ਪਲੇਟਫਾਰਮ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ, ਉਹ ਤੁਹਾਡੇ ਤੋਂ ਸੁਣਨਾ ਚਾਹਾਂਗੇ। ਨਹੀਂ, ਕਲਾਕਾਰਾਂ ਲਈ ਇਹ ਬਹੁਤ ਵਧੀਆ ਵੈਬ ਸੀਰੀਜ਼, OTTs, ਔਰ ਇਹਦੇ 'ਚ ਜਿਹੜੇ ਛੋਟੇ ਨਿਵਾਣੇ ਕਲਾਕਾਰ ਸੀ, ਜਿਨ੍ਹਾਂ ਨੂੰ ਪੁੱਛਦੇ ਘੱਟ ਸਨ ਪਰ ਐਕਟਰ ਬਹੁਤ ਵਧੀਆ ਸਨ, ਉਹਨਾਂ ਲਈ ਬਹੁਤ ਵਧੀਆ ਮੌਕਾ ਆਇਆ। ਚਿਕਨੇ ਚਿਹਰੇ ਹਟ ਕੇ ਕਰੈਕਟਰਸ ਆ ਗਏ, ਕਰੈਕਟਰਸ ਵੈਬ ਸੀਰੀਜ਼ ਪਸੰਦ ਕੀਤੇ ਜਾਂਦੇ ਆ, ਕਾਲੇ ਪੀਲੇ ਵੀ, ਜਿਸ ਤਰ੍ਹਾਂ ਦੇ ਵੀ ਆ ਚਿਹਰੇ, ਤੇ ਉਹ ਉਹਨਾਂ ਲਈ ਬਹੁਤ ਵਧੀਆ ਮੌਕਾ। ਅਸਲ ਕਲਾਕਾਰਾਂ ਲਈ, ਨੈਚੁਰਲ ਐਕਟਰਾਂ ਲਈ ਬਹੁਤ ਵਧੀਆ ਮੌਕਾ ਵਾ। ਤੇ OTT ਯਕੀਨਨ ਫਾਇਦੇਮੰਦ ਹੈ, ਔਰ ਸਾਰੀ ਦੁਨੀਆ ਇਸ ਮੋਬਾਈਲ ਤੇ ਰਹਿਣੀ ਹੈ, OTT ਵੈਬ ਸੀਰੀਜ਼ ਤੇ ਰਹਿਣੀ ਹੈ। ਵੱਡੇ ਪਰਦੇ ਦੀ ਅਜੇ ਸਿਨੇਮੇ ਖੁੱਲਣ ਦੀ ਬਹੁਤ ਜ਼ਿਆਦਾ ਉਮੀਦ ਨਹੀਂ ਹੈ, ਲੋਕਾਂ ਦਾ ਵੀ ਲੱਗਦਾ ਨਹੀਂ ਕਿ ਜਲਦੀ ਜਾਣਗੇ ਇੰਨੀ ਸਿਨੇਮਿਆਂ 'ਚ। OTT ਚੰਗੀ ਗੱਲ। ਬਾਕੀ ਸਾਰਿਆਂ ਲਈ ਇੱਕ OTT ਇੱਕ ਵਰਦਾਨ ਬਣ ਕੇ ਆਇਆ ਹੈਗਾ, ਆਪਣੇ ਸਾਰਿਆਂ ਲਈ ਇੱਕ ਓਪਰਚੁਨਿਟੀ ਲੈ ਕੇ ਆਇਆ ਹੈਗਾ। ਅਸੀਂ ਵੀ ਆਪਣਾ ਇਹ ਪ੍ਰੋਗਰਾਮ ਸ਼ੁਰੂ ਕਰ ਪਾਏ ਇਸੇ ਦੌਰਾਨ ਹੀ, ਇਸੇ ਕਰਕੇ ਹੀ, ਕਿਉਂਕਿ ਆਈਡੀਆਜ਼ ਆ ਸਕੇ ਕਿ ਆਪਾਂ ਆਨਲਾਈਨ ਕੁਝ ਕਰ ਸਕਦੇ ਹੈਗੇ ਆ। ਤੇ ਸਮਾਂ ਆਪਣੇ ਕੋਲੇ ਘੱਟ ਹੈਗਾ, ਗੱਲਾਂ ਬਹੁਤ ਜ਼ਿਆਦਾ ਹੈਗੀਆਂ। ਤੇ ਤੁਹਾਡੇ ਤੋਂ ਹੋਰ ਸਿੱਖਣਾ ਚਾਹਾਂਗੇ ਸਰ ਕਿ ਆਰਟਿਸਟ ਵਾਸਤੇ ਹੋਰ ਕਿਹੜੀ ਚੀਜ਼ ਜ਼ਰੂਰੀ ਹੈਗੀ ਹੈ। ਜਿਵੇਂ ਤੁਸੀਂ ਬੋਲਦੇ ਵੀ ਹੈਗੇ, ਤੁਹਾਡੇ ਤੋਂ ਹਮੇਸ਼ਾ ਸੁਣਿਆ ਵੀ ਹੈਗਾ, ਹੋਰ ਕਿਹੜੀ ਚੀਜ਼ ਜ਼ਰੂਰੀ ਹੈਗੀ ਇੱਕ ਆਰਟਿਸਟ ਵਾਸਤੇ? ਆਰਟਿਸਟ ਵਾਸਤੇ ਜਾਂ ਕਿਸੇ ਵੀ ਕੰਮ ਵਾਸਤੇ ਜ਼ਰੂਰੀ ਨੇ ਆਰਟਿਸਟ ਮਿਹਨਤ, ਲਗਨ, ਆਪਣੇ ਲਾਈਨ ਨੂੰ, ਨਿਸ਼ਾਨੇ ਨੂੰ ਪਛਾਣਨਾ,
ਤੁਸੀਂ ਕਰਨਾ ਕੀ ਆ, ਉਸ ਪਾਸੇ ਹੀ ਮਿਹਨਤ ਕਰੋ। ਔਰ ਜਿਹੜੀ ਕਲਾਕਾਰੀ ਦੀ ਆਰਟਿਸਟ ਲਈ ਮਿਹਨਤ ਹੈ, ਉਹਦੇ ਲਈ ਰਿਆਜ਼ ਕਹਿੰਦੇ ਉਹਨੂੰ। ਸਾਨੂੰ ਡੇਲੀ ਰਿਆਜ਼, ਜੇ ਤੁਸੀਂ ਐਕਟਰ ਹੋ ਤਾਂ ਸ਼ੀਸ਼ੇ ਸਾਹਮਣੇ ਜਾਂ ਆਪਣੇ ਆਪ ਨਾਲ ਆਪਣੇ डिक्शन ਲਈ, जिस तरह मैं सारे कहता भी हूं वा, अखबार में उच्ची उच्ची बोल बोल के पढ़ो कि आज भारत के प्रधानमंत्री श्री नरेंद्र मोदी ने ऐसे कहा, आज पंजाब में नवजोत सिद्धू जी कांग्रेस के प्रधान थापे गए, बनाए गए, जो भी है ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕੀ ਬੋਲ ਰਹੇ ਹੋ ਤੇ ਕੀ ਸੁਣ ਰਹੇ ਹੋ। ਤੁਹਾਡਾ ਉਹਦੇ ਨਾਲ ਕੌਨਫੀਡੈਂਸ ਵੱਧਦਾ ਹੈ, ਉਹਦੇ ਚ ਡਿਕਸ਼ਨ ਸ਼ੁੱਧ ਹੁੰਦੀ ਆ ਤੇ ਉਹ ਉਹਨੂੰ ਰਿਕਾਰਡ ਕਰਕੇ ਵੀ ਸੁਣ ਸਕਦੇ ਹੋ। ਹੁਣ ਤਾਂ ਮੋਬਾਈਲ ਦੇ ਰਾਹੀਂ ਮੀਡੀਅਮ ਬੜੇ ਵਧੀਆ, ਉਹ ਤੋਂ ਵੇਖ ਵੀ ਸਕਦੇ ਹੋ ਕਿ ਮੈਂ ਕੀ ਬੋਲਿਆ, ਤੁਹਾਨੂੰ ਪਤਾ ਲੱਗ ਸਕਦਾ ਵਾ। ਸੋ ਇਹ ਨਹੀਂ ਆ ਵੀ ਸਿਰਫ ਭੱਜੇ ਜਾਓ ਤੇ ਵੇਖੀ ਜਾਓ, ਭਾਜੀ ਕੋਈ ਕੰਮ ਹੈਗਾ ਤੇ ਦਵਾ ਦਿਓ, ਭਾਜੀ ਕੋਈ ਕੰਮ, ਇਹਦੇ ਚ ਨਹੀਂ ਇੰਨਾ। ਇਹਦੇ ਚ ਪਹਿਲਾਂ ਆਪਣੀ ਮਿਹਨਤ ਵੀ ਆ। ਫੌਜੀ ਨੂੰ ਪਹਿਲਾਂ ਆਪਣਾ ਲੈਸ ਹੋਣਾ ਚਾਹੀਦਾ ਵਾ, ਉਹਨੂੰ ਪੂਰੀ ਲੜਾਈ ਆਉਣੀ ਚਾਹੀਦੀ ਆ, ਫਿਰ ਉਹਨੂੰ ਬਾਰਡਰ ਤੇ ਜਾਣਾ ਚਾਹੀਦਾ। ਸੋ ਪਹਿਲਾਂ ਲੈਸ ਹੋ ਕੇ ਫਿਰ ਕੰਮ ਕਰੋ। ਔਰ ਜਿਸ ਤਰ੍ਹਾਂ ਹੁਣ ਤੁਸੀਂ ਹੌਲੀ ਹੌਲੀ ਇੰਟਰਵਿਊਜ਼ ਕਰ ਰਹੇ ਹੋ, ਇੱਕਦਮ ਤੁਸੀਂ ਹੁਣ ਪਰਫੈਕਟ ਤੇ ਪਰਪੱਕ ਐਂਕਰ ਬਣ ਜਾਣਾ, ਵੱਡੇ ਵੱਡੇ ਕਲਾਕਾਰਾਂ ਨੂੰ ਤੁਸੀਂ ਇੰਟਰਵਿਊ ਕਰਨੀ ਹੈ। ਤੇ ਇਸੇ ਤਰ੍ਹਾਂ ਹੀ ਇਹ ਲਗਨ ਹੀ ਆ, ਲੱਗੇ ਜਾਂਦੇ ਤੁਰਦੇ ਜਾਂਦੇ। ਸਭ ਤੁਹਾਡੀ ਦੇਣ ਹੈਗੀ ਹੈ ਸਰ। ਤਾਂ ਗੱਲਾਂ ਕਰਨ ਵਾਲੀਆਂ ਬਹੁਤ ਹੈਗੀਆਂ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੈਗਾ। ਦਰਸ਼ਕਾਂ ਤੋਂ ਹੋਰ ਵੀ ਅੱਗੇ ਤੋਂ ਪ੍ਰਸ਼ਨ ਆਉਣਗੇ ਤਾਂ ਆਪਾਂ ਮਕਰਾਈ ਨੂੰ ਫੇਰ ਲਵਾਂਗੇ। ਤੇ ਸਰ ਤੁਹਾਡਾ, ਤੁਸੀਂ ਸਾਡਾ ਇਨਵੀਟੇਸ਼ਨ ਐਕਸੈਪਟ ਕੀਤਾ, ਸਾਡਾ ਦਿਲੋਂ ਧੰਨਵਾਦ ਤੁਹਾਡੇ ਲਈ। ਸਾਨੂੰ ਪਤਾ ਹੈਗਾ ਬਹੁਤ ਬਿਜ਼ੀ ਸਮਾਂ ਚੱਲ ਰਿਹਾ ਸੀਗਾ ਤੁਹਾਡਾ ਇਹਨਾਂ ਦਿਨਾਂ 'ਚ, ਤੇ ਕਿਵੇਂ ਤੁਸੀਂ ਸਮਾਂ ਕੱਢਿਆ ਹੈਗਾ ਆਪਣੀ ਕਨਵਰਸੇਸ਼ਨ 'ਚ ਹੀ ਪਤਾ, ਆਪਾਂ ਦੋਨਾਂ ਨੂੰ ਪਤਾ ਹੈਗਾ ਜਾਂ ਤੁਹਾਡੇ ਪਰਿਵਾਰ ਨੂੰ ਪਤਾ ਹੈਗਾ। ਪਰ ਬਹੁਤ ਬਹੁਤ ਧੰਨਵਾਦ, ਤੁਸੀਂ ਸਰ ਸਾਡੇ ਲਈ ਸਮਾਂ ਕੱਢਿਆ, ਸਾਨੂੰ ਵੈਲਿਊ ਦਿੱਤੀ, ਸਾਡੇ ਪ੍ਰੋਗਰਾਮ ਤੇ ਉਹਨਾਂ ਐਕਸੈਪਟ ਕੀਤਾ। ਅਸੀਂ ਤੁਹਾਡੇ ਹਮੇਸ਼ਾ ਹੀ ਇਸ ਗੱਲ ਵਾਸਤੇ ਦਿਲੋਂ ਰਿਣੀ ਰਹਾਂਗੇ। ਧੰਨਵਾਦ। ਸ਼ੁਕਰੀਆ ਗਗਨ ਜੀ, ਸ਼ੁਕਰੀਆ ਤੁਹਾਡੇ ਚੈਨਲ ਦਾ, ਸ਼ੁਕਰੀਆ ਤੁਹਾਡੇ ਸਾਥੀਆਂ ਦਾ, ਟੀਮ ਦਾ। ਔਰ ਮੈਂ ਅੱਜ ਦੀ ਮੁਲਾਕਾਤ ਦੇ ਅੰਤ ਤੇ ਇਹੀ ਕਹਿਣਾ ਚਾਹਾਂਗਾ ਦਰਸ਼ਕਾਂ ਨੂੰ, ਪਿਆਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਕਿ ਹਮੇਸ਼ਾ ਜੋ ਬਾਣੀ ਵੀ ਕਹਿੰਦੀ ਹੈ ਜਾਂ ਜ਼ਿੰਦਗੀ ਜੋ ਕਹਿੰਦੀ ਹੈ, ਇਹ ਇੱਕ ਦੂਜੇ ਦੇ ਕੰਮ ਆਓ। ਜ਼ਿੰਦਗੀ ਜੀਣ ਦਾ ਮਨੋਰਥ ਸਮਝੋ, ਜੀਓ ਔਰ ਜੀਣੇ ਦਿਓ। ਕਿਸੇ ਨੂੰ ਤੰਗ ਨਾ ਕਰੋ, ਕਿਸੇ ਦਾ ਰਾਹ ਨਾ ਰੋਕੋ, ਕਿਸੇ ਦੇ ਕੰਮ 'ਚ ਖਲਲ ਨਾ ਪਾਓ, ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ। ਜ਼ਿੰਦਗੀ ਆਪਣੇ ਆਨੰਦ ਨਾਲ ਜੀਓ, ਆਪਣੀ ਮਸਤੀ 'ਚ ਜੀਓ। ਜੋ ਜ਼ਿੰਦਗੀ 'ਚ ਤੁਸੀਂ ਸ਼ੌਂਕ ਪੂਰੇ ਕਰਨੇ ਨੇ ਉਹ ਕਰ ਸਕਦੇ ਹੋ, ਔਰ ਇਹੀ ਜੀਵਨ ਦਾ ਮਨੋਰਥ ਹੈ। ਕਰ ਭਲਾ ਹੋ ਭਲਾ, ਸੋ ਤੁਹਾਡਾ ਵੀ ਭਲਾ ਹੋਏਗਾ। ਜੈਸੇ ਕੰਮ ਕਰੋਗੇ ਉਹੀ ਸਾਹਮਣੇ ਆਉਣਗੇ ਨੇ। ਗਲਤੀ ਗੁਸਤਾਖੀ ਲਈ ਮਾਫੀ। ਸ਼ੁਕਰੀਆ ਬਹੁਤ ਬਹੁਤ ਡਾਕਟਰ ਗੋਬਿੰਦ, ਤੁਹਾਡੇ ਸਾਹਮਣੇ। ਧੰਨਵਾਦ ਸਰ। ਥੈਂਕ ਯੂ।